ਨਿੱਕੀਆਂ ਕੁਰਮਲਾ ਚੈਨਲ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਜਿਵੇਂ ਕਿ ਤੁਹਾਨੂੰ ਪਤਾ ਪ੍ਰੋਗਰਾਮ ਇੱਕ ਮੁਲਾਕਾਤ 'ਚ ਅਸੀਂ ਕਿਸੇ ਖਾਸ ਸ਼ਖਸੀਅਤ ਨਾਲ ਗੱਲ ਕਰਦੇ ਹਾਂ ਤੇ ਉਸ ਸ਼ਖਸੀਅਤ ਨੇ ਜੀਵਨ ਦੇ ਵੱਖ-ਵੱਖ ਖੇਤਰਾਂ 'ਚ ਅਹਿਮ ਪ੍ਰਾਪਤੀਆਂ ਕੀਤੀਆਂ ਹੁੰਦੀਆਂ ਨੇ। ਜ਼ਿੰਦਗੀ ਵਿੱਚ ਸੰਘਰਸ਼ ਕਰਨ ਵਾਲੇ ਲੋਕ ਹਮੇਸ਼ਾ ਉੱਚੀਆਂ ਮੰਜ਼ਿਲਾਂ ਪ੍ਰਾਪਤ ਕਰਦੇ ਨੇ ਤੇ ਰੋਟੀ ਰੋਜ਼ੀ ਲਈ ਕਿੰਨਾ ਕੁ ਔਖਾ ਹੋਣਾ ਪੈਂਦਾ ਬੰਦੇ ਨੂੰ, ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਹਨਾਂ ਮੁਸੀਬਤਾਂ ਦੇ ਨਾਲ ਟੱਕਰਾ ਲੈਣ ਵਾਲੇ ਉਹ ਜਿਹੜੇ ਯੋਧੇ ਨੇ ਉਹ ਜ਼ਿੰਦਗੀ ਦੇ ਵਿੱਚ ਅਹਿਮ ਪ੍ਰਾਪਤੀਆਂ ਕਰਦੇ ਨੇ ਤੇ ਪੂਰੇ ਦੇਸ਼ ਦਾ ਮਾਣ ਵੱਧਦਾ, ਪੂਰੀ ਕੌਮ ਦਾ ਮਾਣ ਵੱਧਦਾ ਔਰ ਇਨਸਾਨੀਅਤ ਦਾ ਮਾਣ ਵੱਧਦਾ। ਇਹੋ ਜਿਹੀ ਸ਼ਖਸੀਅਤ ਸਾਡੇ ਨਾਲ ਹੈ ਜਿਨੇ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਸੰਘਰਸ਼ ਕੀਤਾ ਔਰ ਕਠਨ ਤਪੱਸਿਆ ਦੇ ਵਿੱਚੋਂ ਲੰਘ ਕੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਔਰ ਅਧਿਆਪਨ ਦਾ ਕਿੱਤਾ ਅਪਣਾਇਆ ਔਰ ਜੀਵਨ ਦੇ ਵਿੱਚ ਸਾਹਿਤ ਸਿਰਜਣਾ ਕੀਤੀ ਹੈ, ਸੰਪਾਦਨਾ ਕੀਤੀ ਹੈ, ਸਾਹਿਤਕ ਮਹਿਫਲਾਂ ਦੀ ਪ੍ਰਧਾਨਗੀ ਕੀਤੀ ਹੈ। ਮੇਰੀ ਮੁਰਾਦ ਹੈ ਡਾਕਟਰ ਜਸਵੰਤ ਰਾਏ ਤੋਂ। ਰਾਏ ਸਾਹਿਬ ਬਹੁਤ ਸਵਾਗਤ ਤੁਹਾਡਾ ਨਿੱਕੀਆਂ ਕੁਰਮਲਾ ਚੈਨਲ। ਧੰਨਵਾਦ ਮਾਨ ਸਾਹਿਬ। ਰਾਏ ਸਾਹਿਬ, ਤੁਹਾਡੇ ਜੀਵਨ ਤੇ ਜਦੋਂ ਅਸੀਂ ਝਾਤੀ ਮਾਰਦੇ ਹਾਂ ਤੇ ਸਾਨੂੰ ਬੜਾ ਹੌਸਲਾ ਮਿਲਦਾ ਕਿ ਤੁਸੀਂ ਜ਼ੀਰੋ ਤੋਂ ਹੀਰੋ ਬਣਨ ਦੇ ਸਫ਼ਰ ਨੂੰ ਬਾਖੂਬੀ ਨਿਭਾ ਰਹੇ ਹੋ ਔਰ ਤੁਸੀਂ ਇਹ ਜਿਹੜਾ ਸਫ਼ਰ ਆ ਇਸ ਸਫ਼ਰ ਦੇ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਜੋੜਨਾ ਚਾਹੁੰਦੇ ਹਾਂ ਕਿ ਤੁਸੀਂ ਇੰਨਾ ਸੰਘਰਸ਼, ਇੰਨੀ ਔਖਾਈ ਦੀ ਜ਼ਿੰਦਗੀ ਜਿਹੜੀ ਜੀ ਕੇ ਆ ਕਿਵੇਂ ਇੱਥੋਂ ਤੱਕ ਪਹੁੰਚੇ ਹੋ। ਆਪਣਾ ਜਿਹੜਾ ਬਚਪਨ ਆ ਉਹ ਕਿੱਥੋਂ ਸ਼ੁਰੂ ਹੁੰਦਾ, ਕਿਵੇਂ ਸ਼ੁਰੂ ਹੁੰਦਾ? ਓਕੇ ਮਾਨ ਸਾਹਿਬ, ਮੇਰਾ ਬਚਪਨ ਪਿੰਡ ਸਾਰੀ ਦੇ ਵਿੱਚ ਗੁਜ਼ਰਿਆ ਜੀ। ਸਾਰੀ ਜਿਹੜਾ ਉਹ ਦੁਆਬੇ ਦਾ ਕਹਿੰਦਾ ਕਹਾਂ ਦਾ ਪਿੰਡ ਆ ਜੀ। ਗਦਰੀ ਬਾਬਿਆਂ ਦਾ ਪਿੰਡ ਆ। ਵਾਹ। ਬਾਬੂ ਹਰਨਾਮ ਸਿੰਘ ਸਾਰੀ ਸਾਡੇ ਪਿੰਡ ਵਿੱਚ ਹੋਏ ਆ ਜਿਨ੍ਹਾਂ ਨੂੰ 1916 ਈਸਵੀ ਦੇ ਵਿੱਚ ਅੰਗਰੇਜ਼ੀ ਸਰਕਾਰ ਨੇ ਫਾਹੇ ਲਾਇਆ ਸੀ। ਜੀ। ਬਰਮਾ ਕਾਂਸਪੀਰੈਂਸੀ ਕੇਸ ਦੇ ਉਹ ਮੁੱਖ ਸ਼ਹੀਦ ਆ ਜੀ। ਬਾਬੂ ਹਰਨਾਮ ਸਿੰਘ ਸਾਰੀ। ਜੀ। ਉਹਨਾਂ ਦਾ ਪਿੰਡ ਆ। ਸਾਹਿਤਕਾਰ ਡਾਕਟਰ ਰੌਣਕੀ ਰਾਮ ਚੰਡੀਗੜ੍ਹ ਯੂਨੀਵਰਸਿਟੀ ਹਾਂਜੀ। ਉਹ ਮੇਰੇ ਪਿੰਡ ਦੇ ਨੇ। ਜੀ। ਸੋ ਉਸ ਪਿੰਡ ਦੇ ਵਿੱਚ ਮੇਰਾ ਬਚਪਨ ਗੁਜ਼ਰਿਆ। ਜਿਹੜਾ ਮੇਰਾ ਬਚਪਨ ਸੀ ਉਹ ਸੀ ਬੜਾ ਕਠਨ, ਬਹੁਤ ਜੀ। ਸਖਤ ਸੀ। ਪਹਿਲੀ ਤਾਂ ਗੱਲ ਇਹ ਹੈ ਵੀ ਤੁਹਾਡਾ ਪਿੰਡ ਬੜਾ ਇਤਿਹਾਸਕ ਹੈ ਜਿੱਥੇ ਫ੍ਰੀडम ਮੂਵਮੈਂਟ ਦੀ ਮੁੱਢ ਵੱਜਦਾ, ਮੁੱਢ ਜਿੱਥੋਂ ਵੱਜਿਆ, ਫ੍ਰੀडम ਮੂਵਮੈਂਟ ਵਾਲੇ ਲੋਕ ਪੈਦਾ ਹੁੰਦੇ ਆ ਬਿਲਕੁਲ। ਤੇ ਉਹਨਾਂ ਦਾ ਜਿਹੜਾ ਜੋਸ਼ ਆ, ਉਹਨਾਂ ਦਾ ਜਿਹੜਾ ਖੂਨ ਆ, ਉਹਨਾਂ ਦੀ ਜਿਹੜੀ ਫਿਜ਼ਾ ਦੇ ਵਿੱਚ ਉਹਨਾਂ ਦੀ ਜਿਹੜੀ ਰੌਣਕ ਦੀ ਆਵਾਜ਼, ਬਿਲਕੁਲ ਦੇਸ਼ ਪਿਆਰ ਦੀ, ਹਾਂਜੀ, ਜੀਵਨ ਦਾ ਜਜ਼ਬਾ, ਹਾਂਜੀ, ਉਹ ਤੁਹਾਡੇ ਅੰਦਰ ਉੱਥੋਂ ਮਿਲ ਗਿਆ, ਕਿਤੇ ਨਾ ਕਿਤੇ ਘੁਲ ਗਿਆ। ਘੁਲ ਗਿਆ। ਤੇ ਫਿਰ ਤੁਸੀਂ ਕਹਿੰਦੇ ਬਚਪਨ ਦੀ ਕਠਿਨਾਈਆਂ ਨੂੰ ਕਿਵੇਂ ਜਿੱਤਿਆ ਤੁਸੀਂ? ਮਾਨ ਸਾਹਿਬ, ਇਸ ਤਰ੍ਹਾਂ ਵੀ ਜਿਹੜਾ ਸਾਡਾ ਪਰਿਵਾਰ ਸੀ ਉਹ ਆਰਥਿਕ ਤੌਰ ਤੇ ਕੋਈ ਜ਼ਿਆਦਾ ਸਰੱਗੀ ਵਾਲਾ ਨਹੀਂ ਸੀ ਜੀ। ਘਰ ਵਿੱਚ ਗਰੀਬੀ ਬਹੁਤ ਸੀ। ਜੀ। ਪਿਤਾ ਜੀ ਮਜ਼ਦੂਰੀ ਕਰਦੇ ਸੀ। ਹਾਂਜੀ। ਮਜ਼ਦੂਰੀ ਕਰਨ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਪਾਪੜ ਵੇਲੇ, ਕਦੀ ਬਾਗ ਲੈ ਲਿਆ, ਜੀ। ਕਦੀ ਜ਼ਮੀਨ ਠੇਕੇ ਤੇ ਲੈ ਲਈ। ਜੀ। ਫਿਰ ਬਾਅਦ ਵਿੱਚ ਕੁਆੜ ਦਾ ਕੰਮ ਕਰਨ ਲੱਗ ਪਏ। ਹਾਂਜੀ। ਸੋ ਜੀਵਨ ਬੜਾ ਸਖਤ ਸੀ। ਅਸੀਂ ਉਹਨਾਂ ਦੇ ਨਾਲ ਹੀ ਵਿਚਰਦੇ ਰਹੇ। ਜੇ ਉਹ ਕੁਆੜ ਦਾ ਕੰਮ ਕਰਦੇ ਤੇ ਉਹਨਾਂ ਦੇ ਨਾਲ ਸਾਈਕਲ ਚੱਕ ਕੇ ਕੁਆੜ ਦਾ ਕੰਮ ਕਰਨਾ। ਤੇ ਮੈਂ ਆਪਣੀ ਪੜ੍ਹਾਈ ਦਾ, ਮੈਂ ਫਖਰ ਨਾਲ ਇਹ ਗੱਲ ਕਹਿਣਾ ਵੀ ਮੈਂ ਆਪਣੀ ਪੜ੍ਹਾਈ ਦਾ ਜਿਹੜਾ ਖਰਚਾ ਉਹ ਆਪ ਮਿਹਨਤ ਕਰਕੇ ਕੱਢਦਾ ਰਿਹਾ। ਵਾਹ ਜੀ। 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਮੈਂ ਕੁਲਫੀਆਂ ਵੇਚੀਆਂ 3 ਸਾਲ। ਜੀ। ਜਦੋਂ ਸਾਡਾ ਮਾਰਚ ਦੇ ਵਿੱਚ ਐਗਜ਼ਾਮ ਹੋ ਜਾਂਦਾ ਸੀ, ਹਾਂਜੀ। ਉਹ ਜਿਹੜੇ ਇੱਕ ਮਹੀਨਾ ਤਾਂ ਆਪਾਂ ਡਟ ਕੇ ਵਾਢੀ ਕਰੀਦੀ ਸੀ ਜੀ। ਘਰਦਿਆਂ ਦੇ ਨਾਲ, ਪੂਰੇ ਸਾਲ ਦੇ ਦਾਣੇ ਕਰ ਲੈਣੇ। ਜੀ। ਉਸ ਤੋਂ ਬਾਅਦ ਜੂਨ ਦੀਆਂ ਛੁੱਟੀਆਂ ਜਿਹੜੀਆਂ 1.5 ਮਹੀਨੇ ਦੀਆਂ ਹੁੰਦੀਆਂ ਸੀ, ਹਾਂਜੀ, ਉਹਦੇ ਵਿੱਚ ਮੈਂ ਸਾਈਕਲ ਚੱਕਣਾ, ਫਿਰ ਮੈਂ ਕੁਲਫੀਆਂ ਵੇਚਦਾ ਸੀ। ਵਾਹ ਜੀ। ਤੇ ਉਹ ਪੂਰੇ ਸਾਲ ਦੀ ਜਿਹੜੀ ਜਿੰਨਾ ਕੁ ਪੜ੍ਹਾਈ ਤੇ ਖਰਚਾ ਆਉਣਾ ਸੀ, ਉਹ ਆਪਣੇ ਲਈ ਵਰਦੀਆਂ, ਬੂਟ, ਉਹਦੇ ਵਿੱਚ ਮੈਂ ਕੱਢ ਲੈਂਦਾ ਸੀ। ਤੇ ਉਹ ਕੰਮ ਵੀ ਮੈਂ ਮਾਣ ਨਾਲ ਕਰਦਾ ਸੀ। ਇਹ ਨਹੀਂ ਵੀ ਮਤਲਬ ਕਹਿ ਲਓ ਟਾਈਮ ਸੰਗ ਕੇ ਕਰਨਾ, ਸੰਗ ਕੇ ਨਹੀਂ, ਪੂਰੀ ਸ਼ਿੱਦਤ ਨਾਲ, ਪੂਰੇ ਮਾਣ ਦੇ ਨਾਲ। ਸੋ ਮੈਨੂੰ ਹੁਣ ਇਹ ਲੱਗਦਾ ਹੁੰਦਾ ਜਿਸ ਵੇਲੇ ਮੈਂ ਆਪਣੇ ਸਕੂਲ ਦੇ ਵਿੱਚ ਵਿਦਿਆਰਥੀਆਂ ਨਾਲ ਗੱਲਾਂ ਕਰਦਾ ਜੀ, ਤੇ ਉਹਨਾਂ ਨੂੰ ਮੈਂ ਕਹਿੰਦਾ ਹੁੰਦਾ ਵੀ ਜਿਹੜਾ ਬੱਚਾ ਆਪ ਮਿਹਨਤ ਕਰਕੇ ਆਪਣੀ ਪੜ੍ਹਾਈ ਦਾ ਖਰਚਾ ਕੱਢਦਾ ਹੈ ਨਾ, ਉਹਦੇ ਮਨ ਵਿੱਚ ਇੱਕ ਅਜੀਬ ਕਿਸਮ ਦਾ ਮਾਣ ਹੁੰਦਾ। ਬਿਲਕੁਲ। ਤੇ ਦੂਜੀ ਗੱਲ ਜਿਹੜੀ ਜਦੋਂ ਮੈਂ ਆਪਣੇ ਘਰ ਦੀ ਗਰੀਬੀ ਨੂੰ ਦੇਖਦਾ, ਹਾਂਜੀ, ਬਚਪਨ ਦੇ ਵਿੱਚ ਮੈਨੂੰ ਪੜ੍ਹਨ ਦੀ ਚੇਟਕ ਮੇਰੇ ਅਧਿਆਪਕ ਡਾਕਟਰ ਤੀਰ ਨੇ ਲਾਈ ਸੀ ਜੀ। ਉਹ ਕਹਿ ਲਓ ਜਦੋਂ ਮੈਂ 6ਵੀਂ ਜਮਾਤ ਸੀ, ਉਹ ਸਾਡੇ ਸਕੂਲ ਹਾਈ ਸਕੂਲ ਦੇ ਵਿੱਚ ਆ ਗਏ। ਹਾਂਜੀ। ਤੇ 9ਵੀਂ 10ਵੀਂ ਵਿੱਚ ਉਹਨਾਂ ਨੇ ਪੜ੍ਹਾਇਆ ਮੈਨੂੰ। ਜੀ। ਜੀ। ਉਹਨਾਂ ਨੇ ਕਿਤਾਬਾਂ ਦੀ ਚੇਟਕ ਲਾਤੀ। ਕਿਤਾਬਾਂ ਵਾਲੀ ਚੇਟਕ ਦੀ ਗੱਲ ਬੜੀ ਇੰਟਰਸਟਿੰਗ ਆ ਜੀ। ਮੈਂ ਤੁਹਾਨੂੰ ਦੱਸਿਆ ਵੀ ਫਾਦਰ ਸਾਹਿਬ ਕੁਆੜ ਦਾ ਕੰਮ ਕਰਦੇ ਸੀ। ਹਾਂਜੀ, ਹਾਂਜੀ। ਉਹਨਾਂ ਨੇ ਜਦੋਂ ਪਿੰਡਾਂ ਦੇ ਵਿੱਚੋਂ ਰੱਦੀ ਇਕੱਠੀ ਕਰਨੀ, ਬੋਰੇ ਇਕੱਠੇ ਕਰਨੇ, ਉਹ ਲੈਣੇ, ਜਦੋਂ ਉਹਨਾਂ ਨੂੰ ਵਧੀਆ ਰੱਦੀ ਕਿਤੇ ਮਿਲਣੀ, ਕਿਤਾਬਾਂ ਮਿਲਣੀਆਂ ਹਨਾ, ਉਹ ਸ਼ਹਿਰ ਨਹੀਂ ਸੀ ਜਾਂਦੇ ਹੁੰਦੇ ਜੀ। ਉਹਨਾਂ ਨੇ ਖੁਰਜੀਆਂ ਭਰ ਕੇ ਪਿੰਡ ਲੈ ਆਉਣਾ, ਘਰ ਲੈ ਆਉਣੀ ਤੇ ਮੈਨੂੰ ਕਹਿਣਾ ਕਾਕਾ ਵੀ ਮੈਂ ਅੱਜ ਕਿਤਾਬਾਂ ਬਹੁਤ ਵਧੀਆ ਲੈ ਕੇ ਆਇਆ। ਇਹਨਾਂ ਛੱਡ ਲੈ, ਇਹਨਾਂ ਨੂੰ ਸੀ ਤਾਂ ਅਨਪੜ੍ਹ। ਹਾਂਜੀ। ਜਿਹਦੀ ਕਿਤਾਬ ਦੀ ਜਿਲਤ ਵਧੀਆ ਹੋਣੀ, ਜਿਹੜੀ ਚਮਕ ਵਾਲੀ ਹੋਣੀ, ਸਾਡਾ ਵਧੀਆ ਕਿਤਾਬ, ਉਹਨਾਂ ਨੂੰ ਲੱਗਦਾ ਬੜੀ ਕੀਮਤੀ ਆ ਕਿਤਾਬ। ਚੀਜ਼ ਆ। ਅੱਛਾ, ਉਹਦੇ ਵਿੱਚੋਂ ਮੈਂ 8ਵੀਂ ਚ ਪੜ੍ਹਦੇ ਨੂੰ ਮੈਨੂੰ ਪਹਿਲੀ ਵਾਰੀ ਮੇਰਾ ਦਾਗਿਸਤਾਨ ਕਿਤਾਬ ਲੱਭੀ। ਵਾਹ ਜੀ ਵਾਹ। ਮਤਲਬ ਦੁਨੀਆ ਦੀ ਕਲਾਸਿਕ ਕਿਤਾਬ ਜਿਹੜੀ ਆ ਤੁਹਾਨੂੰ ਕਬਾੜ ਦੇ ਵਿੱਚੋਂ ਮਿਲੀ। ਕੁਆੜ ਦੇ ਵਿੱਚੋਂ, ਔਰ ਜਿਹੜੇ ਤੁਹਾਡੇ ਫਾਦਰ ਸਾਹਿਬ ਲੈ ਕੇ ਆਏ। ਹਾਂਜੀ। ਔਰ ਤੁਸੀਂ ਉਹ ਛਾਂਟ ਕੇ ਉਹ ਕਿਤਾਬ ਕੱਢ ਲਈ, ਮੇਰਾ ਦਾਗਿਸਤਾਨ।
ਉਹ ਮੈਂ ਤੇ ਪੜ੍ਹੀ। ਉਸ ਕਿਤਾਬ ਨੂੰ ਤੁਸੀਂ 8ਵੀਂ ਚ ਪੜ੍ਹ ਲਿਆ? 8ਵੀਂ ਚ ਪੜ੍ਹਿਆ। ਤੇ ਉਹਨੂੰ ਤੁਹਾਨੂੰ ਕਿਤਾਬ ਨੇ ਕੀ ਦਿੱਤਾ? ਉਹਨੇ ਮੇਰਾ ਨਾ ਜੀ ਜਿਹੜਾ ਮੈਨੂੰ ਉਸ ਕਿਤਾਬ ਦੀ ਫੋਟੋ ਨਜ਼ਰ ਆ ਰਹੀ ਆ, 30 ਸਾਲ ਪਹਿਲਾਂ ਦੀ ਗੱਲ ਆ। ਉਹ ਕਿਤਾਬ ਦੇ ਇੱਕ ਪਾਸੇ ਇੱਕ ਕੋਨਾ ਹਨਾ ਚੂਹੇ ਨੇ ਟੁੱਕਿਆ ਸੀ ਜੀ। ਉਹ ਮੈਂ ਕਿਤਾਬ ਝਾੜੀ ਸਾਫ਼ ਕਰਕੇ ਹੋਰ ਵੀ ਕਿਤਾਬਾਂ ਕੱਢੀਆਂ, ਉਹ ਮੈਨੂੰ ਯਾਦ ਨਹੀਂ, ਪਰ ਮੇਰਾ ਦਾਗਿਸਤਾਨ ਯਾਦ ਆ ਜੀ। ਉਹ ਮੈਂ 3 ਦਿਨ ਚ ਸਾਰੀ ਕਿਤਾਬ ਪੜ੍ਹ ਲਈ। ਵਾਹ। ਉਹ ਜਦੋਂ ਮੈਂ ਕਿਤਾਬ ਪੜ੍ਹੀ ਮੇਰਾ ਇੰਟਰਸਟ ਇੰਨਾ ਬਣ ਗਿਆ ਜੀ, ਮਤਲਬ ਪੜ੍ਹਾਈ ਦੇ ਵਿੱਚ। ਹਾਂਜੀ। ਉਹ ਪੜ੍ਹਨ ਤੋਂ ਬਾਅਦ ਫਿਰ ਮੇਰੇ ਤਾਇਆ ਜੀ ਦੇ ਬੇਟੇ ਓਮਕਾਰ ਸਿੰਘ ਝੰਮਟ ਹੋਣੀ, ਉਹਨਾਂ ਕੋਲ ਬਾਬਾ ਸਾਹਿਬ ਦਾ ਸਾਹਿਤ ਬਹੁਤ ਸੀ ਜੀ। ਫਿਰ ਮੈਂ ਬਾਬਾ ਸਾਹਿਬ ਦੀਆਂ ਕਿਤਾਬਾਂ ਪੜ੍ਹੀਆਂ। ਹਾਂਜੀ। ਜਦੋਂ ਮੈਂ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਫਿਰ ਮੈਨੂੰ ਇਦਾਂ ਲੱਗਾ, ਮੈਂ ਕਿਹਾ ਯਾਰ ਜਸਵੰਤ ਵੀ ਤੂੰ ਤਾਂ ਉਹਨਾਂ ਨਾਲੋਂ ਬਹੁਤ ਖਰੀ ਹਾਲਤ ਵਿੱਚ ਜੀ ਰਿਹਾ ਜੀ। ਉਹ ਤਾਂ ਬੰਦਾ ਜਮਾਤ ਤੋਂ ਬਾਹਰ ਬਹਿ ਕੇ ਪੜ੍ਹਦਾ ਰਿਹਾ। ਤੇਰੇ ਘਰ ਵਿੱਚ ਗਰੀਬੀ ਆ, ਪਰ ਉਦਾਂ ਦੇ ਹਾਲਾਤ ਤਾਂ ਨਹੀਂ ਹੈਗੇ। ਤੂੰ ਬਾਹਰ ਨਹੀਂ ਬੈਠਾ ਕਲਾਸ ਜੀ ਜੀ। ਫਿਰ ਪਤਾ ਨਹੀਂ ਮਨ ਵਿੱਚ ਕਿਹੋ ਜਿਹੀ ਚਿਣਕ ਲੱਗੀ ਜੀ, ਤੇ ਮੇਰਾ ਖਿਆਲ ਆ ਮੈਂ ਉਤੋਂ ਲੈ ਕੇ ਪੜ੍ਹਾਈ ਕਰੀ ਜਾਂਦੇ। ਜਿੰਨੀਆਂ ਕਲਾਸਾਂ ਕੀਤੀਆਂ ਮੈਂ ਟੌਪ ਕੀਤਾ ਹਰ ਕਲਾਸ ਦੇ ਵਿੱਚ। ਵਾਹ ਜੀ। ਅੱਛੀਆਂ ਨੰਬਰਾਂ ਦੇ ਵਿੱਚ ਕਲਾਸਾਂ ਕੀਤੀਆਂ ਸਰ। ਡਾਕਟਰ ਸਾਹਿਬ ਪਹਿਲੀ ਗੱਲ ਜਿਹੜੀ ਤੁਸੀਂ ਕੀਤੀ ਡਾਕਟਰ ਮਨਮੋਹਨ ਸਿੰਘ ਧੀਰ ਹੋਣਾ ਦੀ, ਹਾਂਜੀ, ਜਦੋਂ ਜ਼ਿੰਦਗੀ 'ਚ ਕਹਿੰਦੇ ਬਿਨਾਂ ਮੁਰਸ਼ਦ ਦਾ ਰਾਹ ਨਾ ਹੱਥ ਆਵੇ ਤਾਂ ਦਵਾਈ ਨੂੰ ਰਿਜਦੀ ਖੀਰ ਮੀਆਂ। ਬਿਲਕੁਲ। ਅਗਰ ਮੁਰਸ਼ਦ ਵਧੀਆ ਮਿਲ ਜਾਏ ਤੇ ਰਾਹ ਮਿਲ ਜਾਂਦਾ। ਹਾਂਜੀ। ਤੁਹਾਨੂੰ ਡਾਕਟਰ ਧੀਰ ਹੋਣਾ ਦੀ ਅਗਵਾਈ ਮਿਲੀ। ਬਿਲਕੁਲ। ਤੇ ਉਸ ਤੋਂ ਬਾਅਦ ਫਿਰ ਪੁਸਤਕ ਤੁਹਾਨੂੰ ਦਾਗਿਸਤਾਨ ਲੱਭ ਗਈ। ਬਿਲਕੁਲ। ਤੇ ਤੁਹਾਨੂੰ 2 ਚੀਜ਼ਾਂ ਦਾ ਜਿਹੜਾ ਥਾਪੜਾ ਸੀਗਾ, ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਗਈ ਤੇ ਤੁਸੀਂ ਪੜ੍ਹਾਈ ਦੇ ਨਾਲ ਜੁੜ ਗਏ। ਹਾਂਜੀ। ਔਰ ਸਾਰੀਆਂ ਕਲਾਸਾਂ ਤੁਸੀਂ ਇੱਕ ਗਰੀਬ ਘਰ ਦੇ ਵਿੱਚ ਰਹਿ ਕੇ ਔਖੇ ਹੋ ਕੇ ਖੁਦ ਕਮਾਈ ਕਰਕੇ ਟੌਪ ਕੀਤੀਆਂ। ਹਾਂਜੀ। ਤੇ ਫਿਰ ਤੁਸੀਂ ਡਾਕਟਰੇਟ ਦੀ ਡਿਗਰੀ ਵੀ ਹਾਸਲ ਕਰ ਲਈ। ਬਿਲਕੁਲ। ਔਰ ਪਿਛਲੇ ਸਾਲ ਤੁਸੀਂ ਜਿਹੜਾ ਪੰਜਾਬ ਸਰਕਾਰ ਦਾ ਆ ਪੰਜਾਬ ਰਾਜ ਅਧਿਆਪਕ ਪੁਰਸਕਾਰ ਵੀ ਪ੍ਰਾਪਤ ਕਰ ਲਿਆ। ਇਹ ਤੁਹਾਡੀ ਜਿਹੜੀ ਘਾਲਣਾ ਆ ਉਹਦਾ ਰਿਜ਼ਲਟ ਆ। ਤੁਸੀਂ ਜਿਹੜੀਆਂ ਕਿਤਾਬਾਂ ਪੜ੍ਹੀਆਂ, ਬਾਬਾ ਸਾਹਿਬ ਨੂੰ ਪੜ੍ਹਿਆ। ਹਾਂਜੀ। ਇਹ ਜਿਹੜੀਆਂ ਕਿਤਾਬਾਂ ਆ ਸਾਡੇ ਜਿਹੜੇ ਦਰਸ਼ਕ ਬਹੁਤੇ ਬੱਚੇ ਨੇ, ਨੌਜਵਾਨ ਨੇ, ਹਾਂਜੀ, ਆਪਾਂ ਉਹਨਾਂ ਨੂੰ ਕਿਵੇਂ ਦੱਸ ਸਕਦੇ ਹਾਂ ਕਿ ਇਹ ਕਿਤਾਬਾਂ ਸਾਨੂੰ ਜੀਵਨ ਦੇ ਵਿੱਚ ਸੰਘਰਸ਼ਮਈ ਕਿੱਦਾਂ ਬਣਾਉਣੀਆਂ ਨੇ ਤੇ ਸਫਲ ਕਿੱਦਾਂ ਬਣਾਉਣੀਆਂ ਨੇ? ਬਿਲਕੁਲ। ਪਹਿਲੀ ਤਾਂ ਗੱਲ ਇਹ ਆ ਵੀ ਜਿਹੜੀ ਇਹ ਕਿਤਾਬ ਆ ਉਹ ਨੌਕਰੀ ਮਿਲਣੀ, ਹੋਰ ਤਰੱਕੀ ਕਰਨੀ, ਉਹ ਬਾਅਦ ਦੀਆਂ ਗੱਲਾਂ ਜੀ। ਇੱਕ ਸੁਚੱਜਾ ਇਨਸਾਨ ਸਿਰਜਦੀਆਂ। ਵਾਹ। ਇੱਕ ਅੱਛੀ ਸ਼ਖਸੀਅਤ ਦਾ ਨਿਰਮਾਣ ਕਿਤਾਬਾਂ ਕਰਦੀਆਂ। ਦੂਜੀ ਗੱਲ ਇਹ ਆਵੇ ਜਦੋਂ ਅਸੀਂ ਇਦਾਂ ਦੇ ਸ਼ਖਸੀਅਤ ਦੀ ਕਿਤਾਬ ਪੜ੍ਹੀ ਹੋਵੇ ਜਿਹਦਾ ਬਚਪਨ ਬੜਾ ਸਖਤ ਨਿਕਲਿਆ ਹੋਵੇ ਤੇ ਜਿਹਨੇ ਉਹ ਫਰਸ਼ ਤੋਂ ਲੈ ਕੇ ਅਰਸ਼ ਤੱਕ ਦਾ ਇੱਕ ਮੁਕਾਮ ਹਾਸਲ ਕੀਤਾ ਹੋਵੇ, ਉਹ ਸਾਡੇ ਲਈ ਇਸ ਤਰ੍ਹਾਂ ਦੇ ਬੰਦੇ ਪ੍ਰੇਰਨਾ ਸਰੋਤ ਬਣ ਜਾਂਦੇ ਆ। ਬਿਲਕੁਲ। ਤੇ ਮੈਨੂੰ ਲੱਗਦਾ ਵੀ ਸਾਡੇ ਸਾਹਿਤ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਹੀਰੋ ਪਏ ਆ ਜਿਨ੍ਹਾਂ ਦਾ ਬਚਪਨ ਬੜਾ ਕਠਿਨਾਈ ਵਾਲਾ। ਬਾਬਾ ਸਾਹਿਬ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ। ਹਾਂਜੀ। ਜਦੋਂ ਅਸੀਂ ਉਹਨਾਂ ਸ਼ਖਸੀਅਤਾਂ ਦੇ ਨਾਲ ਰੂਬਰੂ ਹੁੰਦੇ ਆ ਤਾਂ ਸਾਡੇ ਮਨ ਵਿੱਚ ਕਿਤੇ ਨਾ ਕਿਤੇ ਚਿੜਕ ਜ਼ਰੂਰ ਇਹ ਪੈਦਾ ਹੁੰਦੀ ਆ ਵੀ ਯਾਰ ਜੇ ਉਹ ਬੰਦਾ ਇਦਾਂ ਦੇ ਹਾਲਾਤਾਂ ਦੇ ਵਿੱਚੋਂ ਲੰਘ ਕੇ ਇੱਕ ਮੁਕਾਮ ਅੱਛਾ ਹਾਸਲ ਕਰ ਸਕਦਾ ਤੇ ਮੈਂ ਕਿਉਂ ਨਹੀਂ ਕਰ ਸਕਦਾ। ਬਿਲਕੁਲ। ਤੇ ਇਹ ਮੇਰੇ ਖਿਆਲ ਇੱਕ ਬੱਚੇ ਲਈ ਤਾਂ ਇਹ ਬੜਾ ਵਧੀਆ ਮੌਕਾ ਹੁੰਦਾ, ਖਾਸ ਕਰਕੇ ਉਸ ਸਮੇਂ ਜਦੋਂ, ਜੇ ਆਪਾਂ ਹੁਣ ਦੇ ਸਮੇਂ ਦੀ ਤੁਲਨਾ ਕਰੀਏ, ਅੱਜ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੇ ਸੈਮੀਨਾਰ ਲੱਗਦੇ ਆ, ਅਧਿਆਪਕਾਂ ਨੂੰ ਗਾਈਡੈਂਸ ਮਿਲਦੀ ਆ। ਗਾਈਡੈਂਸ ਕਾਉਂਸਲਿੰਗ ਦਾ ਇੱਕ ਤਰ੍ਹਾਂ ਦਾ ਵਿਸ਼ਾ ਵੀ ਸਕੂਲਾਂ ਦੇ ਵਿੱਚ ਆ ਗਿਆ ਹੈ ਨਾ ਜੀ। ਤੇ ਉਦੋਂ ਤਾਂ ਸਾਡੇ ਕੋਲ ਸਿਰਫ ਕਿਤਾਬਾਂ ਹੀ ਸੀ ਜਿਹੜਾ ਸਾਡਾ ਰਾਹ ਰਚਨਾਉਂਦੀਆਂ। ਸੋ ਮੈਨੂੰ ਇਦਾਂ ਲੱਗਦਾ ਵੀ ਜੇ ਮੈਂ ਇੱਕ ਗਰੀਬ ਘਰ 'ਚ ਪੈਦਾ ਹੋਇਆ, ਮੰਮੀ ਪਾਪਾ ਦੋਨੇ ਅੰਗੂਠਾ ਛਾਪ ਸੀ, ਨਹੀਂ ਸੀ ਪੜ੍ਹੇ ਹੋ, ਤੇ ਮੇਰਾ ਜਿਹੜਾ ਮਾਰਗਦਰਸ਼ਨ ਕੀਤਾ ਉਹ ਕਿਤਾਬਾਂ ਨੇ ਕੀਤਾ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਤਾਬਾਂ ਦੇ ਵਿੱਚ ਸ਼ਖਸੀਅਤਾਂ ਦੇ ਕਿਰਦਾਰ ਛੁਪੇ ਹੋ ਸੀ ਜਾਂ ਉਹਨਾਂ ਨੇ ਕੀਤਾ। ਗੱਲ ਇਹ ਆ ਵੀ ਦੇਖੋ ਜਿਹੜੀ ਕਿਰਤ ਆ, ਹਾਂਜੀ, ਬਾਬੇ ਨਾਨਕ ਦਾ ਉਪਦੇਸ਼ ਸਾਨੂੰ ਕਿਰਤ ਦਾ ਆ। ਬਿਲਕੁਲ। ਤੇ ਤੁਹਾਡਾ ਜਿਹੜਾ ਸਾਰਾ ਪਰਿਵਾਰ ਕਿਰਤੀ ਆ। ਹਾਂਜੀ। ਔਰ ਉਸ ਕਿਰਤ ਦੇ ਵਿੱਚੋਂ ਤੁਸੀਂ ਰਸ ਲੈ ਰਹੇ ਆ। ਉਹ ਕਿਤਾਬਾਂ ਜਿਹੜੀਆਂ ਕਵਾੜ ਜਿਹਨਾਂ ਨੂੰ ਸੁੱਟਿਆ ਹੋਇਆ, ਬਿਲਕੁਲ, ਜਿਹੜੀਆਂ ਰੱਦੀ ਆ, ਹਾਂਜੀ, ਤੁਸੀਂ ਉਹਨਾਂ ਤੋਂ ਪ੍ਰੇਰਨਾ ਲੈ ਕੇ ਇੱਥੇ ਤੱਕ ਪਹੁੰਚ ਰਹੇ ਆ। ਇਹ ਕਿਤਾਬਾਂ ਦੀ ਦੇਣ ਆ ਤੁਹਾਡੇ ਵਾਸਤੇ। ਬਿਲਕੁਲ। ਹੋਰ ਜਿਹੜਾ ਤੁਸੀਂ ਇਹ ਨਾ, ਪਹਿਲਾਂ ਤਾਂ ਪੜ੍ਹਾਈ ਤੁਸੀਂ ਬਹੁਤ ਕੀਤੀ ਆ, ਪੜ੍ਹਦੇ ਰਹਿੰਦੇ ਆ, ਅੱਜ ਵੀ ਪੜ੍ਹਦੇ ਆ। ਜਿਹੜੀ ਤੁਹਾਡੀ ਸਿਰਜਣਾ ਆ, ਹਾਂਜੀ, ਲਿਖਣਾ ਕਦੋਂ ਸ਼ੁਰੂ ਕੀਤਾ? ਸਕੂਲ ਦੇ ਵਿੱਚ ਜਦੋਂ ਮੈਂ 8ਵੀਂ 10ਵੀਂ 'ਚ ਪੜ੍ਹਦਾ ਸੀ, ਹਾਂਜੀ, ਮੈਨੂੰ ਲੱਗਦਾ ਵੀ ਅਧਿਆਪਕ ਦਾ ਬਹੁਤ ਵੱਡਾ ਰੋਲ ਹੁੰਦਾ। ਬਿਲਕੁਲ। ਆਪਣੇ ਵਿਦਿਆਰਥੀ ਦੀ ਜਿਹੜੀ ਹੈਗੀ ਆ ਅੱਛੀ ਸ਼ਖਸੀਅਤ ਦਾ ਨਿਰਮਾਣ ਕਰਨ ਦੇ ਵਿੱਚ ਅਧਿਆਪਕ ਦਾ ਬੜਾ ਵੱਡਾ ਰੋਲ ਹੁੰਦਾ। ਬਿਲਕੁਲ। ਪਹਿਲੀ ਵਾਰੀ ਡਾਕਟਰ ਧੀਰ ਹੋਣਾ ਦੀ ਪ੍ਰੇਰਨਾ ਦੇ ਨਾਲ ਮੈਂ ਕਵਿਤਾ ਲਿਖੀ ਸੀ ਇੱਕ। ਅੱਛਾ ਜੀ। ਹਾਲਾਂਕਿ ਕਵਿਤਾ ਦਾ ਮੇਰਾ ਹੁਣ ਫੀਲਡ ਨਹੀਂ ਰਿਹਾ, ਮੈਂ ਕਵਿਤਾ ਲਿਖੀ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਵੀ ਕਹਿੰਦੇ ਜਸਵੰਤ ਇਹਦੇ ਵਿੱਚ ਕਵਿਤਾ ਦੇ ਵਿੱਚ ਬਹੁਤ ਧਿਆਨ ਰੱਖਣਾ ਪੈਂਦਾ, ਛੰਦਾਬੰਦੀ ਹੁੰਦੀ ਆ, ਅਲੰਕਾਰ ਹੁੰਦੇ ਆ, ਮੇਰੇ ਬਹੁਤ ਵੱਡੇ ਵੱਡੇ ਸ਼ਬਦ ਸੀ ਇਹੋ, ਵੀ ਤੂੰ ਕਹਾਣੀ ਲਿਖ ਸਕਦਾ?
ਮੈਂ ਕਿਹਾ ਸਰ ਮੈਂ ਕੋਸ਼ਿਸ਼ ਕਰੂੰਗਾ। ਕੋਸ਼ਿਸ਼ ਕਰਿਓ। ਫਿਰ ਮੈਂ ਨਿੱਕੀਆਂ ਕਹਾਣੀਆਂ ਲਿਖੀਆਂ ਜੀ। ਤੇ ਇੱਕ ਹੁਸ਼ਿਆਰਪੁਰ ਦੇ ਵਿੱਚੋਂ ਮੈਗਜ਼ੀਨ ਨਿਕਲਦਾ ਹੁੰਦਾ ਸੀ ਪੰਜਾਬੀ ਸਾਹਿਤ ਸਭਾ ਦਾ। ਜੀ, ਸਾਹਿਤਧਾਰਾ। ਹਾਂ, ਸਾਹਿਤਧਾਰਾ ਜੀ। ਸਾਹਿਤਧਾਰਾ ਮੈਗਜ਼ੀਨ ਦੇ 7ਵੇਂ ਅੰਕ 'ਚ ਮੇਰੀ ਮੋਹ ਮਾਇਆ ਮਿੰਨੀ ਕਹਾਣੀ ਛਪੀ ਸੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੋਰ ਵੀ ਮੈਂ ਕਹਾਣੀਆਂ ਲਿਖੀਆਂ। ਫਿਰ ਜਦੋਂ ਆਪਣੀ ਗ੍ਰੈਜੂਏਸ਼ਨ ਕਰ ਲਈ, ਐਮਏ ਕਰ ਲਈ, ਉਸ ਤੋਂ ਬਾਅਦ PhD ਦੇ ਵਿੱਚ ਪੈਰ ਰੱਖ ਲਿਆ। ਸਾਹਿਤ ਤਾਂ ਲਗਾਤਾਰ ਅਸੀਂ ਪੜ੍ਹੇ ਰਹੇ ਸੀ, ਜੁੜੇ ਸੀਗੇ, ਲਗਾਤਾਰ ਕਿਤਾਬਾਂ ਦੇ ਨਾਲ ਜੁੜੇ ਰਹੇ। ਫਿਰ ਮੈਂ ਕਹਾਣੀ ਦੇ ਉੱਪਰ ਜਿਹੜਾ ਹੈਗਾ ਨਾ, ਮੇਰੀ ਜਿਹੜੀ PhD ਆ ਉਹ ਕਹਾਣੀ ਤੇ ਆ। ਦੁਆਬੇ ਦੀਆਂ ਲੋਕ ਕਥਾਵਾਂ ਦਾ ਬਿਰਤਾਂਤ ਸ਼ਾਸਤਰ, ਇਹ ਮੇਰਾ ਸਬਜੈਕਟ ਸੀ ਜੀ। ਸੋ ਮੈਂ ਦੁਆਬੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਘੁੰਮ ਕੇ ਜਿਹੜੇ ਬਜ਼ੁਰਗ ਸੀ ਜੀ, ਜਿਨ੍ਹਾਂ ਦੇ ਕੋਲੋਂ ਲੋਕ ਧਾਰਾ ਦਾ ਬਹੁਤ ਅਥਾਹ ਖਜ਼ਾਨਾ ਆ, ਪੁਰਾਣੀਆਂ ਔਰਤਾਂ ਆ, ਮੈਂ ਉਹ ਦੁਆਬੇ ਦੇ ਉਹਨਾਂ ਬੰਦਿਆਂ ਨੂੰ ਮਿਲਿਆ, ਰਿਕਾਰਡਿੰਗ ਕੀਤੀ ਉਹਨਾਂ ਦੇ ਕੋਲ। ਜਿੱਦਾਂ ਅੱਜ ਕੱਲ੍ਹ ਸਾਡੇ ਕੋਲ ਅੱਛੇ ਮੋਬਾਈਲ ਆ ਜਾਂ ਕੈਮਰੇ ਆ, ਉਦੋਂ ਮੇਰੇ ਕੋਲ ਸਿੰਪਲ ਮੋਬਾਈਲ ਹੁੰਦਾ ਸੀ। ਮੈਂ ਉਹ ਮੋਬਾਈਲ ਆਪਣੇ ਹੱਥ ਵਿੱਚ ਫੜ ਕੇ ਦੂਜੇ ਨੂੰ ਦੱਸਣਾ ਵੀ ਨਹੀਂ ਵੀ ਤੇਰੀ ਰਿਕਾਰਡਿੰਗ ਹੋ ਰਹੀ ਹੈ, ਮਤਲਬ ਨੈਚੁਰਲੀ ਉਹਨਾਂ ਦੇ ਅੰਦਰੋਂ ਗੱਲਾਂ ਨਿਕਲਦੀਆਂ। ਸੋ ਉਹ ਮੈਂ ਘੱਟੋ ਘੱਟ 250-300 ਲੋਕ ਕਥਾਵਾਂ ਇਕੱਠੀਆਂ ਕੀਤੀਆਂ ਜੀ, ਤੇ ਨਾਲ ਦੀ ਨਾਲ ਜਿਹੜੀਆਂ ਉਹ ਕਹਾਣੀ ਵੀ ਲਿਖਣੀ ਸ਼ੁਰੂ ਕੀਤੀ ਜੀ। ਮੇਰੀਆਂ ਕਹਾਣੀਆਂ ਜਿਹੜਾ ਪੰਜਾਬੀ ਦਾ ਵਧੀਆ ਮੈਗਜ਼ੀਨ ਹੈ ਜਿਹਨੂੰ ਆਪਾਂ ਹੁਣ ਕਲਾਸਿਕ ਮੈਗਜ਼ੀਨ ਆ, ਹੁਣ ਚਿਰਾਗ ਜੀ, ਕਹਾਣੀ ਧਾਰਾ, ਫਿਰ ਪਟਿਆਲੇ ਤੋਂ ਛਪਦਾ ਅਮਰਜੀਤ ਕੌਂਕੇ ਉਹਨਾਂ ਦਾ ਪ੍ਰਤਿਮਾਨ। ਸੋ ਇਹ ਬਹੁਤ ਸਾਰੇ ਮੈਗਜ਼ੀਨਾਂ ਦੇ ਵਿੱਚ ਰਾਗ, ਇਹਨਾਂ ਸਾਰੇ ਮੈਗਜ਼ੀਨਾਂ ਦੇ ਵਿੱਚ ਮੇਰੇ ਲੇਖ ਕਹਾਣੀਆਂ ਜਿਹੜੀਆਂ ਉਹ ਲਗਾਤਾਰ ਛਪ ਰਹੀਆਂ। ਤੁਸੀਂ ਕਹਾਣੀ ਲਿਖਣ ਲੱਗ ਪਏ ਡਾਕਟਰ ਤੀਰ ਉਹਨਾਂ ਦੀ ਪ੍ਰੇਰਣਾ ਦੇ ਨਾਲ। ਹਾਂਜੀ। PhD ਤੁਸੀਂ ਕਰ ਲਈ। ਡਾਕਟਰ ਕਰਮਜੀਤ ਹੁਣੀ ਮੇਰੇ ਗਾਈਡ ਸੀ। ਡਾਕਟਰ ਕਰਮਜੀਤ ਉਹਨਾਂ ਦੀ ਗਾਈਡੈਂਸ ਥੱਲੇ ਕਹਾਣੀ ਵੀ ਲਿਖੀ ਤੁਸੀਂ, ਵਾਰਤਕ ਦੇ ਵਿੱਚ ਬੜਾ ਕੰਮ ਕੀਤਾ। ਤੇ ਜਿੱਦਾਂ ਤੁਸੀਂ ਪਿੰਡਾਂ ਦੇ ਵਿੱਚ ਗਏ, ਪਿੰਡਾਂ ਦੇ ਵਿੱਚ ਤੁਸੀਂ ਕਹਾਣੀ ਦੀ ਖੋਜ ਕਰਨੀ ਸੀ। ਬਿਲਕੁਲ। ਉਹਦੇ ਨਾਲ ਨਾਲ ਕੁਝ ਵਿਸ਼ੇ ਜਿਹੜੇ ਤੁਹਾਡੇ ਹੋਰ ਮਨ 'ਚ ਉੱਭਰੇ ਆ, ਉਹ ਕਿਹੜੇ ਵਿਸ਼ੇ ਲੱਭੇ ਤੁਸੀਂ? ਬੜੇ ਕਮਾਲ ਦਾ ਪ੍ਰਸ਼ਨ ਆ ਜੀ। ਮਾਨ ਸਾਹਿਬ, ਮੇਰਾ ਨਾ ਜਿਹੜਾ ਸਮਾਜਿਕ ਦਾਇਰਾ ਉਹ ਬਹੁਤ ਸਾਰੇ, ਜਿੱਦਾਂ ਤੁਸੀਂ ਮੇਰੇ ਦੋਸਤ ਆ ਜੀ, ਇਦਾਂ ਅਵੇਅਰਨੈਸ ਮਿਸ਼ਨ ਕੁਕੜਾ ਬ੍ਰਦਰਜ਼ ਮੇਰੇ ਬੜੇ ਅੱਛੇ ਫਰੈਂਡ ਆ। ਅਸੀਂ ਉਹ ਪਿੰਡਾਂ ਦੇ ਵਿੱਚੋਂ ਜਿਹੜੇ ਗਰੀਬ ਬੱਚੇ ਜਿੱਦਾਂ ਆਪਣਾ ਬਚਪਨ ਯਾਦ ਕਰਕੇ ਅਸੀਂ ਉਦਾਂ ਦੇ ਬੱਚੇ ਲੱਭੀਦੇ ਆ, ਉਹਨਾਂ ਨੂੰ ਫ੍ਰੀ ਪੜ੍ਹਾਈ ਦਾ। ਪਿਛਲੇ 14-15 ਸਾਲ ਤੋਂ ਇਹ ਕੰਮ ਕਰ ਰਹੇ ਚੱਲ ਰਿਹਾ। ਅਸੀਂ ਰੇਲਵੇ ਮੰਡੀ ਇੱਕ ਬੜਾ ਵੱਡਾ ਸਮਾਗਮ ਕੀਤਾ, ਕੁੜੀਆਂ ਦੀ ਲੋਹੜੀ ਪਾਈ ਸੀ ਜੀ। ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਕੋਈ 5-7 ਹਜ਼ਾਰ ਲੜਕੀਆਂ ਇਕੱਠੀਆਂ ਕੀਤੀਆਂ ਜੀ, ਉਹਨਾਂ ਨੂੰ ਸਟੇਸ਼ਨਰੀ ਵੰਡੀ, ਵਰਦੀਆਂ ਵੰਡੀਆਂ ਜੀ। ਤੇ ਮੁੱਖ ਮਹਿਮਾਨ ਸੀ ਸਾਡੇ ਕੋਲ ਪੰਜਾਬੀ ਕਹਾਣੀ ਦੇ ਧਨੀ ਗੁਲਜ਼ਾਰ ਸੰਧੂ ਸਾਹਿਬ। ਠੀਕ ਹੈ। ਤੇ ਉਹ ਸਟੇਜ ਸੈਕਟਰੀ ਮੈਂ ਸੀ ਜੀ। ਪ੍ਰੋਗਰਾਮ ਬੜਾ ਅੱਛਾ ਨਿਭਿਆ। ਅੱਛਾ ਜੀ। ਜਦੋਂ ਪ੍ਰੋਗਰਾਮ ਖਤਮ ਹੋਇਆ ਤੇ ਅਸੀਂ ਸਟੇਜ ਤੋਂ ਇਕੱਠੇ ਤੁਰਿਓ ਦਫ਼ਤਰ ਵੱਲ ਚਾਹ ਪੀਣ ਲਈ ਜੀ। ਤੇ ਸੰਧੂ ਹੋਰੀ ਰਸਤੇ ਵਿੱਚ ਮੈਨੂੰ ਸਵਾਲ ਕਰਦੇ, ਕਹਿੰਦੇ ਕਾਕਾ ਵੀ ਤੂੰ ਅੱਛਾ ਬੋਲਦਾ। ਅੱਛਾ। ਕਹਿੰਦੇ ਪਿੰਡ ਕਿਹੜਾ ਤੇਰਾ? ਮੈਂ ਕਿਹਾ ਜੀ ਕਾਲੀ ਸਾਰੀ ਜੀ। ਜਿਸ ਲਈ ਮੈਂ ਕਾਲੀ ਸਾਰੀ ਪਿੰਡ ਦਾ ਨਾਂ ਲਿਆ, ਬਾਬੇ ਰੋਕਿਆ, ਉਹਨੇ ਰੋਕ ਕੇ ਮੇਰੇ ਗੋਡਿਆਂ ਨੂੰ ਹੱਥ ਲਾਇਆ। ਹਾਏ ਹਾਏ। ਮੈਂ ਉਹਨਾਂ ਦੇ ਹੱਥ ਫੜ ਲਏ। ਮੈਂ ਕਿਹਾ ਬਾਬਾ ਜੀ ਤੁਸੀਂ ਇਹ ਕੀ ਕਰਦੇ ਆ? ਵੀ ਅਸੀਂ ਤੁਹਾਡੀਆਂ ਰਚਨਾਵਾਂ ਪੜ੍ਹ ਕੇ ਮਾੜੀ ਮੋਟੀ ਕਲਮ ਘਸਾਉਣੀ ਸ਼ੁਰੂ ਕੀਤੀ ਆ, ਤੁਸੀਂ ਤਾਂ ਬਹੁਤ ਉੱਚੀ ਸ਼ਖਸੀਅਤ ਦੇ ਮਾਲਕ ਆ। ਉਹ ਕਹਿੰਦੇ ਕਾਕਾ ਮੈਂ ਤੈਨੂੰ ਨਹੀਂ ਮੱਥਾ ਟੇਕ ਰਿਹਾ। ਹਾਏ ਹਾਏ। ਮੈਂ ਕਹਿੰਦੇ ਜਿੱਥੇ ਜਿਸ ਮਿੱਟੀ ਦੇ ਵਿੱਚ ਤੇਰਾ ਜਨਮ ਹੋਇਆ ਹੈ ਨਾ, ਉਹ ਮਿੱਟੀ ਗਦਰੀ ਬਾਬਿਆਂ ਦੀ। ਮੈਂ ਕਹਿੰਦੇ ਬਾਬੂ ਹਰਨਾਮ ਸਿੰਘ ਨੂੰ ਮੱਥਾ ਟੇਕ ਰਿਹਾ। ਅੱਛਾ। ਉਹ ਤਾਂ ਇੰਨੀ ਗੱਲ ਕਹਿ ਕੇ ਚਲ ਗਏ ਜੀ, ਮੇਰੇ ਦਿਮਾਗ 'ਚ ਵਸ ਗਈ ਜੀ। ਮੈਨੂੰ ਲੱਗਾ, ਮੈਂ ਕਿਹਾ ਯਾਰ ਮੈਂ ਏਦਾਂ ਦੇ ਐਡੇ ਵੱਡੇ ਬੰਦੇ ਦੇ ਪਿੰਡ ਦੇ ਵਿੱਚ ਜਨਮ ਲਿਆ ਤੇ ਨਾ ਮੇਰੇ ਪਿੰਡ ਵਾਲਿਆਂ ਨੂੰ ਪਤਾ, ਨਾ ਮੈਨੂੰ ਇਹਦੇ ਬਾਰੇ ਪਤਾ। ਹਲਕਾ ਜਿਹਾ ਇੱਕ ਚਿੱਤਰ ਸੀ ਉਹਨਾਂ ਦਾ ਬਸ ਮਨ ਦੇ ਵਿੱਚ, ਬਾਕੀ ਉਹਨਾਂ ਦਾ ਕੋਈ ਏਡਾ ਵੱਡਾ ਜਿਹੜਾ ਕਰੈਕਟਰ ਸੀ ਉਹਦੇ ਬਾਰੇ ਕੁਝ ਵੀ ਨਹੀਂ ਪਤਾ। ਫਿਰ ਮੈਂ ਇਹਨਾਂ ਬਾਰੇ ਪੜ੍ਹਨਾ ਸ਼ੁਰੂ ਕੀਤਾ। ਦੇਸ਼ ਭਗਤ ਯਾਦਗਾਰ ਹਾਲ ਜਿਹੜਾ ਗਦਰੀਆਂ ਦਾ ਮੱਕਾ ਆ, ਉੱਥੇ ਮੈਂ ਲਗਾਤਾਰ ਮੇਲਿਆਂ ਦੇ ਵਿੱਚ ਕਿੱਟਾਂ ਭਰ ਕੇ ਕਿਤਾਬਾਂ, ਤੁਸੀਂ ਮੇਰੀ ਘਰ ਦੀ ਲਾਇਬ੍ਰੇਰੀ ਦੇਖਿਓ, ਉੱਥੇ ਉਹ ਗਦਰੀਆਂ ਦੀਆਂ ਹਜ਼ਾਰਾਂ ਕਿਤਾਬਾਂ ਪਈਆਂ, ਉਹ ਮੈਂ ਪੜ੍ਹੀਆਂ ਜੀ। ਉਹਦੇ ਵਿੱਚੋਂ ਬਾਬੂ ਹਰਨਾਮ ਸਿੰਘ ਸਾਰੀ ਦਾ ਜਿਹੜਾ ਕਰੈਕਟਰ ਕਿੱਦਾਂ ਦਾ ਸੀ ਉਹ ਕੱਢ ਕੇ ਲਿਆਂਦਾ ਜੀ। ਤੇ ਜਦੋਂ ਉਹ ਕਿਤਾਬ ਲਿਖੀ, ਮੈਂ ਮਾਣ ਨਾਲ ਇਹ ਗੱਲ ਕਹਿਣਾ ਵੀ ਉਸ ਕਿਤਾਬ ਦੇ ਉੱਪਰ ਜੀ ਪਟਿਆਲਾ ਯੂਨੀਵਰਸਿਟੀ ਹਿਸਟਰੀ ਡਿਪਾਰਟਮੈਂਟ ਦੇ ਵਿੱਚ ਮਾਨਸੇ ਦਾ ਮੁੰਡਾ PhD MPhil ਕਰ ਰਿਹਾ, ਬਾਬੂ ਹਰਨਾਮ ਸਿੰਘ ਸਾਰੀ ਦੇ ਉੱਤੇ। ਤੋ ਇਹ ਮੇਰੇ ਲਈ ਉਹ ਕਹਿ ਲਓ ਵੀ ਇਹ ਜਿਹੜੀ ਤੁਹਾਡੀ ਕੁੜੀਆਂ ਦੀ ਲੋਹੜੀ ਸੀ, ਧੀਆਂ ਦੀ, ਹਾਂਜੀ, ਉਹ ਲੋਹੜੀ ਦੇ ਸਬੱਬ ਨੇ। ਬਿਲਕੁਲ। ਸਰਦਾਰ ਗੁਲਜ਼ਾਰ ਸਿੰਘ ਸੰਧੂ ਦੇ ਇਸ ਝੁਕਣ ਨੇ ਹਾਂਜੀ ਇਹ ਤੁਹਾਨੂੰ ਬਾਬੂ ਹਰਨਾਮ ਸਿੰਘ ਉਹਨਾਂ ਦੀ ਖੋਜ ਕਰਵਾ ਔਰ ਉਹ ਖੋਜ ਦੀ ਕਿਤਾਬ ਬਣ ਗਈ ਔਰ ਉਸ ਕਿਤਾਬ ਤੇ ਅੱਜ MPhil PhDਆਂ ਹੋ ਰਹੀਆਂ। ਬਿਲਕੁਲ। ਤੇ ਇਹ ਦੇਖੋ ਕੁਦਰਤ ਨੇ ਕਿਹੋ ਜਿਹਾ ਸਬੱਬ ਜੋੜਿਆ ਕਿ ਤੁਹਾਡੇ ਅੰਦਰ ਉਸ ਪਿੰਡ ਪ੍ਰਤੀ ਸ਼ਰਧਾ ਪੈਦਾ ਕੀਤੀ। ਤੇ ਇਹ ਤੁਹਾਡੇ ਪਿੰਡ ਦਾ ਜਿਹੜਾ ਨਾਂ ਆ ਕਾਲੀ ਸਾਰੀ ਦਾ, ਇੱਕ ਤਾਂ ਘਟਨਾ 84 ਦੀ ਬਹੁਤ ਵੱਡੀ ਜਿਹੜੀ ਦੁਖਾਂਤ ਵਾਪਰਿਆ 1988 ਜਦੋਂ ਕਾਲੇ ਦੌਰ ਦਾ ਪੰਜਾਬ ਦੇ ਵਿੱਚ। ਉਸ ਤੋਂ ਪਹਿਲਾਂ ਵੀ ਜਿਹੜਾ ਤੁਹਾਡਾ ਪਿੰਡ ਮੇਲਿਆਂ ਲਈ ਬੜਾ ਮਸ਼ਹੂਰ ਰਿਹਾ। ਬਿਲਕੁਲ। ਤੇ ਖਾਸ ਕੁਝ ਗੱਲਾਂ ਜਿਹੜੀਆਂ ਆਪਣੇ ਪਿੰਡ ਦੀਆਂ ਜ਼ਰੂਰ ਦੱਸ ਦਿਓ, ਕਿਉਂਕਿ ਸਾਡੇ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਲੋਕ ਆ ਉਹ ਜ਼ਰੂਰ ਜਾਣਨਾ ਚਾਹੁੰਦੇ। ਓਕੇ।
ਪਿੰਡ ਸਾਡਾ ਜਿਹੜਾ ਸਾਰੀ ਆ ਬਹੁਤ ਵੱਡਾ ਪਿੰਡ ਆ, ਤੇ ਉੱਥੇ ਸਾਰੇ ਧਰਮਾਂ ਦੇ ਸਾਰੀਆਂ ਜਾਤਾਂ ਦੇ ਲੋਕ ਜਿਹੜੇ ਬੜੀ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਆ ਜੀ। ਤੇ ਉੱਥੇ ਜਿਹੜਾ ਠਾਕਰ ਦੁਆਰਾ ਬੜਾ ਵੱਡਾ ਡੇਰਾ, ਹਾਂਜੀ 3-4 ਗੁਰਦੁਆਰੇ ਹੋਰ ਵੀ ਆ। ਇਹ ਡੇਰਾ ਬਹੁਤ ਪੁਰਾਣਾ, ਘੱਟੋ ਘੱਟ ਜੇ ਮੈਂ ਦੱਸਾਂ ਵੀ 450 450 ਸਾਲ ਪੁਰਾਣਾ। ਅੱਛਾ, ਉੱਥੇ ਪੁਰਾਣੇ ਸਮੇਂ ਤੋਂ ਪਿਰਤ ਰਹੀ ਆ ਵੀ ਹੋਲਾ ਮਹੱਲੇ ਦਾ ਬਹੁਤ ਵੱਡਾ ਮੇਲਾ ਲੱਗਦਾ ਜੀ, ਤੇ ਇੱਕ ਹਫ਼ਤਾ ਕਬੱਡੀ ਟੂਰਨਾਮੈਂਟ ਚੱਲਦਾ ਰਹਿੰਦਾ। ਉੱਥੇ ਬਲਦਾਂ ਦੀਆਂ ਦੌੜਾਂ, ਕੁੱਕੜਾਂ ਦੀਆਂ ਲੜਾਈਆਂ, ਜਿੱਦਾਂ ਸਾਡੇ ਪੁਰਾਣੇ ਕਲਚਰ ਚ ਹੁੰਦਾ ਸੀ, ਕੁੱਤਿਆਂ ਦੀਆਂ ਦੌੜਾਂ, ਤੇ ਦਿਨ ਨੂੰ ਇਹ ਕਬੱਡੀ ਟੂਰਨਾਮੈਂਟ ਹੋਣੇ, ਰਾਤ ਨੂੰ ਜਿਹੜਾ ਉਹ ਪੰਜਾਬ ਦਾ ਕਲਚਰ ਸੀ, ਨਕਲਾਂ, ਡਰਾਮੇ, ਰਾਸਾਂ, ਉਹ ਪੈਂਦੀਆਂ ਹੁੰਦੀਆਂ ਸੀ। ਤੇ ਉਹ ਮੇਲਾ ਇੰਨਾ ਮਸ਼ਹੂਰ ਸੀ ਵੀ ਮੇਲੇ ਤੋਂ 15 ਦਿਨ ਪਹਿਲਾਂ ਜਿਹੜੇ ਲੋਕ ਸੀ ਉਹ ਆਪਣੇ ਘਰ ਨੂੰ ਲਿਪ ਪੋਚ ਕੇ ਤਿਆਰੀ ਸ਼ੁਰੂ ਹੋ ਜਾਂਦੀ ਚਮਕਾ ਲੈਂਦੇ ਸੀ, ਤੇ ਰਿਸ਼ਤੇਦਾਰ ਲੋਕਾਂ ਦੇ ਘਰਾਂ ਵਿੱਚ ਪਹਿਲਾਂ ਹੀ 2-2-4 ਆ ਕੇ ਮੰਜੇ ਮਾਰ ਲੈਂਦੇ ਸੀ ਜੀ। ਇੰਨਾ ਪੁਰਾਣਾ। ਉਸ ਤੋਂ ਇਲਾਵਾ ਮੇਰੇ ਪਿੰਡ ਬਾਬਾ ਮਾਨਦਾਸ ਦਾ ਡੇਰਾ, ਉੱਥੇ ਨਰਸਿੰਗ ਕਾਲਜ ਆ, ਜਿਹੜੇ ਹਰ ਫੀਲਡ ਦਾ ਬੰਦਾ, ਹਰ ਡਿਪਾਰਟਮੈਂਟ ਦੇ ਵਿੱਚ ਬੰਦਾ ਜਿਹੜਾ ਪੜ੍ਹਿਆ ਲਿਖਿਆ ਉਹ ਮੇਰੇ ਪਿੰਡ ਦਾ ਬੈਠਾ। ਆਈ ਸਪੈਸ਼ਲਿਸਟ ਆ ਡਾਕਟਰ ਰੌਣਕੀ ਰਾਮ ਹੁਰੀ ਆ, ਤੁਸੀਂ ਨਾਂ ਸੁਣਿਆ ਹੋਣਾ, ਡਾਕਟਰ ਪਰਮਜੀਤ ਜੱਜ ਆਪਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲੇ, ਉਹ ਮੇਰੇ ਪਿੰਡ ਤੋਂ ਨੇ। ਮਤਲਬ ਤੁਹਾਡੇ ਪਿੰਡ ਦਾ ਇਤਿਹਾਸ ਬੜਾ ਅਮੀਰ ਆ, ਬਹੁਤ ਅਮੀਰ ਹੈ, ਸੱਭਿਆਚਾਰਕ ਪੱਖੋਂ ਵੀ, ਸਾਹਿਤਕ ਪੱਖੋਂ ਵੀ, ਕਲਾਤਮਕ ਪੱਖੋਂ ਵੀ। ਜਿੱਦਾਂ ਤੁਸੀਂ ਨਕਲੀਆਂ ਦੀ ਗੱਲ ਕੀਤੀ ਆ, ਬਿਲਕੁਲ, ਤੇ ਜਿਹੜੇ ਵੱਡੇ ਨਕਲੀ ਜਿਹੜੇ ਸੀ ਤੁਹਾਡੇ ਪਿੰਡੋਂ ਹੋਏ ਆ, ਹਾਂਜੀ, ਕੁਝ ਦਾ ਜ਼ਿਕਰ ਤੁਸੀਂ ਕਰਨਾ ਚਾਹੋ ਇਹਨਾਂ ਨਾਲ ਸੰਬੰਧਿਤ? ਸਾਡੇ ਜਿਹੜੇ ਨਾ ਜਿਹੜਾ ਪਿੰਡ ਮੇਲਾ ਲੱਗਦਾ ਸੀ, ਉੱਥੇ ਪੰਜਾਬ ਦੇ ਵੱਡੇ ਨਕਾਲ ਜੀ, ਜਿੱਦਾਂ ਉਹ ਦੌਲਤ ਰਾਮ ਹੁਰੀ ਜੀ, ਆਪਣੇ ਨਾਨਤਾ ਜਿਹੜਾ ਮਤਲਬ ਜਿਸ ਲਈ ਉਹ ਨਕਲਾਂ ਕਰਦਾ ਸ਼ਿਵਜੀ ਦਾ, ਮੈਂ ਛੋਟਾ ਹੁੰਦਾ ਦੇਖਦਾ ਸੀ, ਜਦੋਂ ਉਹਨੇ ਸ਼ਿਵਜੀ ਦਾ ਰੋਲ ਕਰਨਾ, ਉਹਦੇ ਗਲ ਦੇ ਵਿੱਚ ਉਹ ਸੱਪ ਹੋਣਾ, ਤੇ ਸਿਰ ਵਿੱਚੋਂ ਉਦਾਂ ਹੀ ਗੰਗਾ ਕੱਢੀ ਹੋਣੀ ਚਟਾਂ ਛੱਡ ਕੇ। ਤੇ ਜਦੋਂ ਉਹ ਇੱਕ ਵਾਰੀ ਮੈਂ ਉਹ ਤੇ ਨਿਗਾਹ ਮਾਰਦਾ ਸੀ, ਤੇ ਇੱਕ ਵਾਰੀ ਝੁੰਝਣੀ ਆਉਂਦੀ ਸੀ ਵੀ ਯਾਰ ਸੱਚੀ ਖਰੇ ਉਹ ਅਸਲ ਦੇ ਵਿੱਚ ਸ਼ਿਵਜੀ ਆ ਗਏ। ਮਤਲਬ ਐਡੇ ਵੱਡੇ ਉਹ ਕਲਾਕਾਰ ਸੀ ਬੰਦੇ, ਜਿਹੜੇ ਉਹ ਸਾਡੇ ਸਾਹਮਣੇ ਇੱਕ ਪੂਰਾ ਚਿੱਤਰ ਦ੍ਰਿਸ਼ਟਾਂਤ ਦਿੰਦੇ ਸੀ। ਪਰ ਦੁੱਖ ਦੀ ਗੱਲ ਇਹ ਆ ਵੀ ਉਹ ਦੌਰ ਬਹੁਤ ਮਾੜਾ ਸੀ, ਅੱਤਵਾਦ ਦਾ ਸਮਾਂ ਸੀ ਜੀ। ਤੇ ਉਹ ਸਾਡੇ ਪਿੰਡ ਵਿੱਚ 88 ਜਿਹੜੀ ਗੋਲੀ ਚੱਲੀ, ਮੈਂ ਉਸ ਗੋਲੀ ਦੇ ਵਿੱਚੋਂ ਬਚਿਆ, 7ਵੀਂ ਚ ਪੜ੍ਹਦਾ ਸੀ, ਤੇ ਉੱਥੇ 2-3 ਜਿਹੜੇ ਨੱਚਣ ਵਾਲੇ ਮੁੰਡੇ ਸੀ, ਨਕਲਾਂ ਕਰਨੇ ਵਾਲੇ, ਉਹਨਾਂ ਦੀ ਡੈਥ ਵੀ ਹੋਈ ਜੀ। ਤੇ ਜਿਹੜਾ ਨਾਨਤਾ ਸੀ, ਉਹ ਬੰਦਾ ਐਡਾ ਵੱਡਾ ਕਲਾਕਾਰ, ਹਾਂਜੀ, ਸਾਡਾ ਕਹਿ ਲਓ ਵੀ ਲੋਕ ਧਾਰਾ ਦਾ ਵੱਡਾ ਕਲਾਕਾਰ, ਉਹ ਪਾਗਲ ਹੋ ਕੇ ਮੁੱਕਿਆ ਜੀ। ਇਹ ਦੁਖਾਂਤ ਆ। ਉਹ ਬੜਾ ਉਸ ਪੀਰੀਅਡ ਦੀ ਜਿਹੜੇ ਅਸੀਂ ਗੱਲ ਕਰਦੇ ਆ, ਸਾਡਾ ਜਿਹੜਾ ਸਾਰਿਆਂ ਪੱਖਾਂ ਤੋਂ ਬਹੁਤ ਨੁਕਸਾਨ ਹੋਇਆ। ਬਿਲਕੁਲ, ਤੇ ਪੜ੍ਹਾਈ ਵੀ, ਕਲਚਰ ਤੌਰ ਤੇ, ਸਾਰੇ ਤਰ੍ਹਾਂ ਦੇ। ਹੁਣ ਜਿਹੜੀ ਦੇਖੋ ਨਕਾਲਾਂ ਦੀ ਅਸੀਂ ਗੱਲ ਕਰਦੇ ਤਾਂ ਖਤਮ ਹੀ ਹੋ ਗਈ ਗੱਲ। ਇੱਕ ਮਾਨ ਸਾਹਿਬ ਹੋਰ ਗੱਲ ਜੋੜਾਂ ਜੀ, ਸਾਡੇ ਪੰਜਾਬੀ ਦੇ ਵਿੱਚ ਜਿਹੜਾ ਨਾਟਕਾਂ ਦਾ, ਇਕਾਂਗੀਆਂ ਦਾ ਬਾਬਾ ਬੋੜ ਗੁਰਸ਼ਰਨ ਸਿੰਘ ਹੁਣੀ 1975 ਈਸਵੀ ਦੇ ਵਿੱਚ ਸਾਡੇ ਪਿੰਡ ਜਿਹੜੇ ਬਹੁਤ ਸਾਹਿਤਕ ਕ੍ਰਾਂਤੀਕਾਰੀ ਨਾਟਕ ਡਰਾਮੇ ਉਹ ਖੇਡ ਕੇ ਗਏ ਵਾ 75 ਦੇ ਵਿੱਚ। ਮਤਲਬ ਇੱਕ ਤਰ੍ਹਾਂ ਦੇ ਜਿਹੜੇ ਨੌਜਵਾਨ ਆ ਉੱਥੇ ਦੇ ਪੜ੍ਹਨੇ ਲਿਖਣੇ ਵਾਲੇ ਮੁੰਡੇ ਸੀ, ਉਹਨਾਂ ਦੇ ਵਿੱਚ ਚਿਣਗ ਏਦਾਂ ਦੇ ਬਾਬਿਆਂ ਨੇ ਪੈਦਾ ਕੀਤੀ। ਤੇ ਜਿਹੜੀ ਆਪਾਂ ਗੱਲ ਕਰ ਰਹੇ ਆ ਬਾਬੂ ਹਰਨਾਮ ਸਿੰਘ ਸਾਰੀ ਦੀ, ਭਗਤ ਸਿੰਘ ਹੁਣੀ ਇਹਨਾਂ ਬਾਰੇ ਲੇਖ ਲਿਖਦੇ ਰਹੇ। ਮਤਲਬ ਐਡਾ ਵੱਡਾ ਕਿਰਦਾਰ ਸੀ, ਜਿਹਦੇ ਬਾਰੇ ਭਗਤ ਸਿੰਘ ਲੇਖ ਲਿਖ ਲਿਆ, ਕਿੱਡਾ ਵੱਡਾ ਬੰਦਾ, ਕਿੱਡੀ ਵੱਡੀ ਹਸਤੀ ਹੋਏਗੀ, ਕਿੱਡੀ ਵੱਡੀ ਉਹਨਾਂ ਦੀ ਦੇਣ ਹੋਏਗੀ। ਬਿਲਕੁਲ। ਮਤਲਬ ਉਹ ਤੁਹਾਡੇ ਪਿੰਡ ਨੇ ਤੁਹਾਡੇ ਵਰਗੇ ਨੌਜਵਾਨ ਪੈਦਾ ਕੀਤੇ ਆ, ਜਿਨ੍ਹਾਂ ਨੇ ਸਮਾਜ ਲਈ ਔਰ ਸਮਾਜ ਨੂੰ ਸਵਾਰਨ ਤੇ ਸ਼ਿੰਗਾਰਨ ਦਾ ਬੀੜਾ ਚੁੱਕਿਆ ਹੋਇਆ। ਬਿਲਕੁਲ। ਅੱਜ ਤੱਕ ਤੁਹਾਡੀ ਜਿਹੜੀ ਸਿਰਜਣਾ ਆ, ਇਹ ਤੁਸੀਂ PhD ਕਹਾਣੀ ਤੇ ਕਰ ਲਈ ਆ, ਗਦਰੀ ਬਾਬਿਆਂ ਤੇ ਖੋਜ ਕਰ ਲਈ ਆ। ਬਿਲਕੁਲ। ਤੇ ਅੱਜ ਕੱਲ੍ਹ ਕੀ ਹੋ ਰਿਹਾ? ਮੈਂ ਜੇ ਬਾਬੂ ਹਰਨਾਮ ਸਿੰਘ ਤੇ ਕੰਮ ਕਰਨ ਤੋਂ ਬਾਅਦ ਇੱਕ ਸਾਡੇ ਦੁਆਬੇ ਵਿੱਚ ਬਹੁਤ ਵੱਡੀ ਲਹਿਰ ਹੋਈ ਆ, ਆਰ ਧਰਮ ਲਹਿਰ। ਬਿਲਕੁਲ। ਇਹਦੇ ਬਾਰੇ, ਆਰ ਧਰਮ ਲਹਿਰ ਦੇ ਬਾਰੇ ਮੈਂ ਜਦੋਂ ਸਾਡੇ ਰਾਜਨੀਤਿਕ ਪੋਲੀਟੀਕਲ ਫੰਕਸ਼ਨ ਹੁੰਦੇ ਆ, ਮੈਂ ਸਾਹਿਬ ਕਾਂਚੀ ਰਾਮ ਹੋਰਾਂ ਦੇ ਕੋਲੋਂ ਸਟੇਜ ਦੇ ਉੱਪਰ ਸੁਣਦਾ ਹੁੰਦਾ ਸੀ ਵੀ ਇਹ ਲਹਿਰ ਹੋਈ ਆਰ ਧਰਮ ਲਹਿਰ। ਮਨ ਵਿੱਚ ਅਸੀਂ ਬੈਠਿਆ ਵੀ ਕਿੱਦਾਂ ਦੀ ਲਹਿਰ ਹੋ ਗਈ, ਵੀ ਲੋਕ ਆਪਣੇ ਸਰਟੀਫਿਕੇਟ ਦੇ ਉੱਪਰ ਆਰ ਧਰਮੀ ਲਿਖਦੇ ਆ, ਇਹ ਕਦੋਂ ਕੁ ਸ਼ੁਰੂ ਹੋਈ ਹੋਊਗੀ, ਕਦੋਂ ਕੁ ਨਾ ਪਿਆ ਜੀ। ਉਹ ਗਦਰ ਲਹਿਰ ਤੇ ਕੰਮ ਕਰਦੇ ਕਰਦੇ ਮੇਰਾ ਝੁਕਾਅ ਇੱਧਰਲੇ ਪਾਸੇ ਨੂੰ ਹੋ ਗਿਆ ਜੀ। ਫਿਰ ਮੈਂ 3-3.5 ਸਾਲ ਲਾਏ ਕਿਸੇ ਆਰ ਧਰਮ ਤੇ ਲਹਿਰ ਤੇ ਉਹ ਜਿਹੜਾ ਐਡਾ ਵੱਡਾ ਯੋਧਾ ਹੋਇਆ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ, ਜਿਹਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ, ਪੰਜਾਬ ਦੇ ਸਮਾਜਿਕ ਸਰੋਕਾਰਾਂ ਦੇ ਵਿੱਚ ਐਡਾ ਵੱਡਾ ਨਾਂ ਪੈਦਾ ਕੀਤਾ। ਜਦੋਂ ਕਰਤਾਰ ਸਿੰਘ ਸਰਾਭੇ ਹੁਰੀ ਅਮਰੀਕਾ ਤੋਂ ਜਿਹੜਾ ਗਦਰ ਪਾਰਟੀ ਦੀ ਸਥਾਪਨਾ ਕਰਕੇ ਇੱਥੇ ਆਜ਼ਾਦੀ ਦੀ ਜੰਗ ਲੜਦੇ ਆ, ਉਹ ਬੰਦਾ ਆਜ਼ਾਦੀ ਦੇ ਯੋਧਿਆਂ ਨੂੰ, ਆਰ ਧਰਮ ਲਹਿਰ ਵਾਲਾ, ਉਹ ਇਹਨਾਂ ਨੂੰ ਹਥਿਆਰ ਸਪਲਾਈ ਕਰਨ ਦੇ ਲਈ
ਉੱਥੋਂ ਇੱਕ ਜਹਾਜ਼ ਵੱਡਾ ਹਥਿਆਰਾਂ ਦਾ ਲੈ ਕੇ ਆ ਰਿਹਾ ਭਾਰਤ ਨੂੰ। ਵਾਹ ਜੀ ਵਾਹ, ਬਾਬੂ ਮੰਗੂ ਰਾਮ ਮੁਗੋਵਾਲੀਆ ਜੀ। ਇਹ ਵੱਖਰੀ ਗੱਲ ਆ ਵੀ ਉਹ ਗ੍ਰਿਫਤਾਰ ਹੋ ਜਾਂਦਾ, 2 ਵਾਰੀ ਮੌਤ ਦੀ ਸਜ਼ਾ ਤੋਂ ਬਚਦਾ, ਬਾਅਦ ਚ ਫਿਰ ਭਾਰਤ ਆ ਕੇ ਉਹ ਆਦ ਧਰਮ ਲਹਿਰ ਦੀ ਜਿਹੜੀ ਨੀਂਹ ਸਥਾਪਨਾ ਕਰਦਾ, 7 MLA ਜਿਤਾਉਂਦਾ 1937 ਦੇ ਵਿੱਚ, ਅੰਬੇਡਕਰ ਦੇ ਨਾਲ ਮੋਢਾ ਜੋੜ ਕੇ ਕੰਮ ਕਰਦਾ। ਮਾਨ ਸਾਹਿਬ ਮੈਨੂੰ ਐਂ ਲੱਗਦਾ ਹੁੰਦਾ ਕਈ ਵਾਰੀ ਵੀ ਜਿੱਦਾਂ ਨੈਸ਼ਨਲ ਲੈਵਲ ਤੇ ਅੰਬੇਡਕਰ ਦਾ ਬਹੁਤ ਉੱਚਾ ਕੱਦ ਸੀ ਵੀ ਜਿਹੜਾ ਪੰਜਾਬ ਦਾ ਅੰਬੇਡਕਰ ਬਾਬੂ ਮੰਗੂ ਰਾਮ ਮੁਗੋਵਾਲੀਆ। ਬਿਲਕੁਲ, ਤੁਸੀਂ ਸਹੀ ਸ਼ਬਦ ਜਿਹੜਾ ਵਰਤਿਆ, ਪੰਜਾਬ ਦਾ ਅੰਬੇਡਕਰ ਬਾਬੂ ਮੰਗੂ ਰਾਮ ਮੁਗੋਵਾਲੀਆ। ਬਿਲਕੁਲ, ਜਿਹੜੀ ਇਹਨਾਂ ਦੇ ਉੱਪਰ ਮੈਂ ਵੱਡਾ ਗ੍ਰੰਥ ਲਿਖਿਆ, ਉਹਦੇ ਉੱਪਰ ਰੋਪੜ ਪੜ੍ਹਾ ਰਿਹਾ ਮੁੰਡਾ ਮਨਜਿੰਦਰ, ਉਹਨੇ ਫਤਿਹਗੜ੍ਹ ਯੂਨੀਵਰਸਿਟੀ ਤੋਂ MPhil ਕੀਤੀ ਹੈ, ਤੇ ਇਸੇ ਸਬਜੈਕਟ ਨੂੰ ਲੈ ਕੇ ਸੰਦੀਪ ਆ ਕੁੜੀ ਚੰਡੀਗੜ੍ਹ ਯੂਨੀਵਰਸਿਟੀ ਤੋਂ PhD ਉਹਨੇ ਸ਼ੁਰੂ ਕੀਤੀ ਹੈ ਜੀ। ਇਦਾਂ ਹੀ ਲਵਲੀ ਯੂਨੀਵਰਸਿਟੀ ਤੋਂ ਇੱਕ ਪਠਾਨਕੋਟ ਦੀ ਲੜਕੀ ਆ, ਉਹਨੇ ਬਾਬੂ ਮੰਗੂ ਰਾਮ ਮੁਗੋਵਾਲੀਆ ਤੇ ਸੰਤ ਰਾਮ ਬਿਗੇ ਜਾਤ ਪਾਤ ਤੋੜਕ ਮੰਡਲ ਵਾਲੇ, ਉਹਨਾਂ ਨੂੰ ਰਲਾ ਕੇ ਉਹ ਕੰਪੈਰੀਟਿਵ ਸਟੱਡੀ PhD ਦਾ ਇਹ ਵਿਸ਼ਾ ਲਿਆ। ਤੇ ਆ ਹੁਣੇ ਲਾਕਡਾਊਨ ਦੇ ਵਿੱਚ ਮੈਂ 2 ਕੰਮ ਹੋਰ ਕਰਕੇ ਹਟਿਆ ਜੀ। ਬਾਬਾ ਸਾਹਿਬ ਦੀ ਕਿਤਾਬ ਆ ਦਾ ਐਨੀਹਿਲੇਸ਼ਨ ਆਫ ਕਾਸਟ, ਜਾਤ ਪਾਤ ਦਾ ਬੀਜਨਾਸ ਜੀ। ਅੱਛਾ, ਉਸ ਕਿਤਾਬ ਦਾ ਪ੍ਰੀਫੇਸ ਅਰੁੰਧਤੀ ਰਾਏ ਨੇ ਲਿਖਿਆ, ਵਾਹ ਜੀ, ਬੜੇ ਕਮਾਲ ਦਾ 200-250 ਪੇਜ ਦਾ ਪ੍ਰੀਫੇਸ ਸੀ ਜੀ। ਮੈਂ ਪੜ੍ਹਿਆ ਸੀ ਉਹ, ਅੱਛਾ, ਤੇ ਉਹ ਮੈਨੂੰ ਲੱਗਦਾ ਸੀ ਕਿ ਇਹ ਤਾਂ ਗੱਲਾਂ ਬਹੁਤ ਨਵੀਆਂ ਕੀਤੀਆਂ, ਕਿਉਂਕਿ ਉਹ ਬੜੀ ਵੱਡੀ ਸਕਾਲਰ ਆ ਜੀ। ਤੇ ਉਹਦੇ ਵਿੱਚ 200-250 ਸਫ਼ੇ ਦੇ ਵਿੱਚ ਅੰਬੇਡਕਰ ਤੇ ਗਾਂਧੀ ਦਾ ਸੰਵਾਦ ਆ ਜੀ, ਜਿਹੜੇ ਪੱਖਾਂ ਬਾਰੇ ਸਾਨੂੰ ਪਤਾ ਹੀ ਨਹੀਂ, ਉਹ ਪੱਖ ਸਾਹਮਣੇ ਲਿਆਂਦੇ ਜੀ। ਮੈਂ ਉਹਦਾ ਅਨੁਵਾਦ ਕੀਤਾ ਉਸ ਕਿਤਾਬ ਦਾ, ਕਿਤਾਬ ਛਪੀ ਆ। ਡਾਕਟਰ ਸਾਹਿਬ, ਤੁਸੀਂ ਅਨੁਵਾਦ ਦਾ ਕੰਮ ਵੀ ਕਰਦੇ ਆ, ਸੰਪਾਦਨ ਦਾ ਵੀ ਕਰਦੇ ਆ, ਸਿਰਜਣਾ ਵੀ ਕਰਦੇ ਆ, ਫਿਰ ਬੱਚਿਆਂ ਨੂੰ ਪ੍ਰੇਰਨਾ ਵੀ ਦਿੰਦੇ ਆ, ਗਰੀਬਾਂ ਦੀ ਮਦਦ ਵੀ ਕਰਦੇ ਆ, ਇਹ ਇੰਨਾ ਸਾਰਾ ਕੁਝ ਕਿਵੇਂ ਸਮੇਟ ਲੈਂਦੇ ਆ? ਇਹ ਪਤਾ ਨਹੀਂ ਜੀ ਕਿੱਦਾਂ ਹੋ ਰਿਹਾ। ਮੈਨੂੰ ਐਂ ਲੱਗਦਾ ਹੁੰਦਾ ਵੀ ਜਿੱਦਾਂ ਮੈਂ ਉਹ ਥੋੜਾ ਮਾਰੇ ਪਰਿਵਾਰ ਦੇ ਵਿੱਚੋਂ ਉੱਠਿਆ ਜੀ, ਜਿੱਦਾਂ ਜਸਵੰਤ ਨੂੰ ਕੋਈ ਕਿਤਾਬ ਨਹੀਂ ਸੀ ਮਿਲ ਰਹੀ, ਕਾਪੀ ਨਹੀਂ ਸੀ ਮਿਲ ਰਹੀ ਜੀ, ਜਦੋਂ ETT ਦੇ ਵਿੱਚ ਦਾਖਲਾ ਹੋਇਆ ਮੇਰਾ, ਤੇ ਉਦੋਂ ਤੁਸੀਂ ਹੈਰਾਨ ਹੋਵੋਗੇ, ਮੇਰੇ ਕੋਲ 475 ਰੁਪਏ ਐਡਮਿਸ਼ਨ ਫੀਸ ਦੇ ਹੈ ਨਹੀਂ ਸੀ, ਉਹ ਮੇਰੇ ਅਧਿਆਪਕਾਂ ਨੇ ਭਰੇ। ਤੇ ਜੇ ਹੁਣ ਮੈਂ ਅੱਜ ਅਧਿਆਪਕ ਲੱਗ ਗਿਆ, ਜੇ ਮੈਨੂੰ 4 ਪੈਸੇ ਮਿਲ ਰਹੇ ਆ, ਮੇਰਾ ਮਨ ਕਰਦਾ ਹੁੰਦਾ ਵੀ ਜਿਹੜੇ ਮੇਰੇ ਸਾਹਮਣੇ ਬੈਠੇ ਆ ਨਿਆਣੇ, ਹੋ ਸਕਦਾ ਇਹਨਾਂ ਵਿੱਚ ਵੀ ਕੋਈ ਜਸਵੰਤ ਮੇਰੇ ਵਰਗਾ ਹੋਵੇ, ਕੋਈ ਇਦਾਂ ਦਾ ਬੱਚਾ ਬੈਠਾ ਹੋਵੇ। ਤੇ ਦੂਜਾ ਜਿਹੜਾ ਸਾਡਾ ਦਾਇਰਾ ਆ ਆਲੇ ਦੁਆਲੇ ਪੜ੍ਹੇ ਲਿਖੇ ਲੋਕਾਂ ਦਾ, ਮੇਰੇ ਗਾਈਡ ਡਾਕਟਰ ਕਰਮਜੀਤ ਆ, ਉਹ 24 ਘੰਟੇ ਪੜ੍ਹਦੇ ਆ, ਮਦਨ ਵੀਰੇ ਹੋਰੀ ਆ, ਡਾਕਟਰ ਤੀਰ ਹੋਰੀ ਆ, ਕੇਂਦਰੀ ਪੰਜਾਬੀ ਲੇਖ ਸਭਾ ਦੇ ਨਾਲ ਮੈਂ ਜੁੜਿਆ, ਉਹਦਾ EC ਦਾ ਮੈਂਬਰ ਆ, ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦਾ ਜਨਰਲ ਸਕੱਤਰ ਆ, ਉਹਦੇ ਨਾਲ ਵੱਡੇ ਰਾਈਟਰ ਜੁੜੇ ਹੋਆ। ਸੋ ਉਹ ਜਿਹੜੇ ਇਦਾਂ ਦੇ ਅੱਛੇ ਬੰਦਿਆਂ ਨੂੰ ਮਿਲਦੇ ਆ, ਫਿਰ ਮਨ ਕਰਦਾ ਹੁੰਦਾ ਵੀ ਯਾਰ ਹੋਰ ਸਮਾਂ ਲਾਇਆ ਜਾਵੇ, ਆਹ ਪੱਖ ਸਾਡੇ ਸਮਾਜ ਦਾ ਕੁਝ ਕਮਜ਼ੋਰ ਆ, ਇਹਨੂੰ ਥੋੜਾ ਹੋਰ ਸਮਾਂ ਦਿੱਤਾ ਜਾਵੇ। ਸੋ ਇਦਾਂ ਦੋਸਤਾਂ ਮਿੱਤਰਾਂ ਦੇ ਸਹਿਯੋਗ ਨਾਲ ਇੱਕ ਲਹਿਰ ਖੜੀ ਕਰਨ ਦੀ ਕੋਸ਼ਿਸ਼ ਕਰ ਰਹੇ ਜੀ। ਮਤਲਬ ਇਹ ਆ ਕਿ ਜਿਹੜਾ ਤੁਹਾਡਾ ਬਚਪਨ ਆ, ਤੁਸੀਂ ਇਹ ਚਾਹੁੰਦੇ ਵੀ ਜਿਹੜਾ ਬਚਪਨ ਹੈ ਖਰਾਬ ਨਾ ਹੋਵੇ, ਕਿਸੇ ਦਾ ਬਚਪਨ ਜਾਇਆ ਨਾ ਜਾਵੇ, ਹਰ ਕਿਸੇ ਦਾ ਬਚਪਨ ਹੰਸੂ ਕਰੇ। ਬਿਲਕੁਲ। ਤੇ ਇਸ ਵਾਸਤੇ ਜਿਹੜਾ ਤੁਸੀਂ ਤਾਂ ਖੁਦ ਕਰੀ ਜਾ ਰਹੇ ਆ, ਜਿਹੜੇ ਵੱਡੇ ਲੋਕ ਨੇ, ਜਿਹੜੇ ਅਮੀਰ ਲੋਕ ਨੇ, ਜਿਹਨਾਂ ਕੋਲ ਬਹੁਤ ਸਰਮਾਇਆ, ਉਹਨਾਂ ਨੂੰ ਵੀ ਕੁਝ ਕਰਨਾ ਚਾਹੀਦਾ। ਕਾਸ਼ ਉਹ ਮੱਤ ਇੱਧਰਲੇ ਪਾਸੇ ਨੂੰ ਹੋ ਜਾਵੇ ਜੀ। ਮਤਲਬ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹੜਾ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹੈ ਨਾ, ਉਹ ਐਜੂਕੇਸ਼ਨ ਤੇ ਜਿਹੜਾ ਆਪਣੇ ਸਿਹਤਕ ਪੱਖ ਜੇ ਲੈ ਲਈਏ, ਸਿਹਤ ਤੇ ਸਿੱਖਿਆ, ਇਹ ਦੋਨੇ ਚੀਜ਼ਾਂ ਜੇ ਅਮੀਰ ਹੋ ਜਾਣ ਜੀ, ਤਾਂ ਮੇਰਾ ਖਿਆਲ ਆ ਵੀ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਆਟੋਮੈਟਿਕਲੀ ਖਤਮ ਹੋ ਜਾਣੀਆਂ, ਖਾਸ ਕਰਕੇ ਐਜੂਕੇਸ਼ਨ ਵਾਲਾ ਪੱਖ। ਬਿਲਕੁਲ ਸਹੀ। ਅਸਲ ਦੇ ਵਿੱਚ ਸਾਡੇ ਦੇਸ਼ ਦਾ ਸਿਸਟਮ ਇਦਾਂ ਦਾ ਰਿਹਾ ਵੀ ਇਸ ਸਿਸਟਮ ਦੇ ਵਿੱਚ ਸਿੱਖਿਆ ਦਾ ਅਧਿਕਾਰ ਸਾਰਿਆਂ ਨੂੰ ਮਿਲਿਆ ਹੀ ਨਹੀਂ। ਇਹੀ ਕਾਰਨ ਆ ਵੀ ਜਦੋਂ ਅਸੀਂ ਇੱਕ ਪੂਰੇ ਸੰਸਾਰ ਦੇ ਦੇਸ਼ਾਂ ਦੀ ਲਾਈਨ ਬਣਾਉਂਦੇ ਹਾਂ ਵੀ ਕਿਹੜਾ ਦੇਸ਼ ਪਹਿਲੇ ਨੰਬਰ ਤੇ, ਕਿਹੜਾ ਦੂਜੇ ਨੰਬਰ ਤੇ ਸਾਡਾ ਜਿਹੜਾ ਸਥਾਨ ਆ ਉਹ 100 ਤੋਂ ਵੀ ਬਾਅਦ ਆਉਂਦਾ, ਕਿਉਂਕਿ ਇੱਥੇ ਅਧਿਕਾਰ ਸਾਰਿਆਂ ਨੂੰ ਇੱਕੋ ਜਿਹੇ ਨਹੀਂ ਮਿਲੇ। ਇਹ ਵੱਖਰੀ ਗੱਲ ਆ ਵੀ ਸਾਡੇ ਉਹ ਪੰਜਾਬ ਦੇ ਵਿੱਚ ਦਰਜ ਹੈਗੇ ਆ, ਸੰਵਿਧਾਨ ਚ ਦਰਜ ਕੀਤੇ ਹੋਆ। ਅੱਛਾ, ਇੱਥੇ ਉਹ ਜਿਹੜੀਆਂ ਲਹਿਰਾਂ ਖੜੀਆਂ ਹੋਈਆਂ ਸਾਡੇ ਗੁਰੂਆਂ ਨੇ, ਗੁਰੂ ਨਾਨਕ ਸਾਹਿਬ ਨੇ, ਗੁਰਦਾਸ ਜੀ ਨੇ, ਕਬੀਰ ਸਾਹਿਬ ਨੇ, ਉਹਨਾਂ ਨੇ ਬੜੀ ਜੱਦੋ-ਜਹਿਦ ਕੀਤੀ ਉਹ ਸਮਤਾ ਸਮਾਨਤਾ ਵਾਲੇ ਸਮਾਜ ਦੀ ਨਹੀਂ ਰੱਖਣ ਦੀ, ਪਰ ਉਹ ਲੋਕਾਂ ਦੇ ਦਿਮਾਗ ਵਿੱਚ ਜਿਹੜੀ ਉਹ ਚੀਜ਼ ਮਾੜੀ ਅਮਾਨਵਵਾਦੀ ਸੋਚ ਵਾਲੀ ਘਰ ਕਰ ਗਈ ਉਹ ਸੀ, ਉਹ ਹਾਲੇ ਵੀ ਕਿਤੇ ਨਾ ਕਿਤੇ ਜਿਉਂਦੀ ਆ। ਮੇਰਾ ਖਿਆਲ ਆ ਉਹ ਖਤਮ ਹੋਣੀ ਚਾਹੀਦੀ ਆ ਜੇ ਆਪਾਂ ਵਿਕਸਿਤ ਹੋਣਾ ਚਾਹੁੰਦੇ ਆ ਤਾਂ। ਜੇ ਤੁਹਾਡੇ ਵਰਗੇ ਜਸਵੰਤ ਹਰ ਸਕੂਲ 'ਚ ਹੋਣ, ਹਰ ਪਿੰਡ 'ਚ ਹੋਣ, ਤੇ ਮੇਰਾ ਖਿਆਲ ਉਹ ਦਿਨ ਦੂਰ ਨਹੀਂ ਜਦੋਂ ਇਸ ਸਮਤਾ ਦੀ ਗੱਲ ਹੋਏਗੀ, ਸਾਰਿਆਂ ਨੂੰ ਬਰਾਬਰ ਅਧਿਕਾਰ। ਬਿਲਕੁਲ। ਤੇ ਗੱਲ ਇਹ ਆ ਵੀ ਜਿਹੜਾ ਸਿਸਟਮ ਸਾਡਾ, ਉਹ ਸਿਸਟਮ ਉਹਨਾਂ ਨੂੰ ਪਛਾੜੀ ਜਾ ਰਿਹਾ, ਜਿਹੜਾ ਸਾਡਾ ਇਹ ਹਕੂਮਤਾਂ ਆ ਰਹੀਆਂ, ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ? ਮੈਂ ਜਿਹੜੀ ਪਹਿਲੀ ਗੱਲ ਕੀਤੀ ਆ 2 ਪੱਖਾਂ ਵਾਲੀ ਜੀ, ਐਜੂਕੇਸ਼ਨ ਵਾਲੀ ਫਿਰ ਗੱਲ ਕਰਦੇ ਆ।
ਕਿਉਂਕਿ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਵੀ ਸਾਨੂੰ ਦਿਖਾਇਆ ਕੁਝ ਹੋਰ ਜਾ ਰਿਹਾ ਹੁੰਦਾ ਤੇ ਐਕਚੁਅਲ ਹੁੰਦੀ ਆ ਕੋਈ ਚੀਜ਼ ਹੋਰ ਹੁੰਦੀ ਹੈ। ਤੁਸੀਂ ਪਿਛਲੇ ਸਾਲ 2 ਸਾਲ ਦੀਆਂ ਅਖਬਾਰਾਂ ਚੱਕੋ ਜੀ, ਉਹਨਾਂ ਅਖਬਾਰਾਂ ਦੇ ਵਿੱਚ ਜਿਹੜੇ ਵਿਦਿਆਰਥੀਆਂ ਦੇ ਸੰਘਰਸ਼ ਆ, ਜੀ, ਜੇ ਆਪਾਂ ਉਹ ਯੂਨੀਵਰਸਿਟੀਆਂ ਦੀ ਗੱਲ ਕਰ ਲਈਏ, ਕਾਲਜਾਂ ਦੀ ਗੱਲ ਕਰ ਲਈਏ, ਹਾਂਜੀ। ਉੱਥੇ 70% ਪੋਸਟਾਂ ਖਾਲੀ ਆ। ਖਾਲੀ ਹੈ। ਸਕੂਲਾਂ ਵਿੱਚ ਫਿਰ ਵੀ ਕਾਫੀ ਹੱਦ ਤੱਕ ਆਪਾਂ ਠੀਕ ਮੰਨ ਸਕਦੇ ਹਾਂ, ਜੀ, ਜੀ, ਪਰ ਜਦੋਂ ਬੱਚਾ 18 ਸਾਲ ਤੋਂ ਬਾਅਦ ਕਾਲਜ ਦੇ ਵਿੱਚ ਜਾਂਦਾ, ਯੂਨੀਵਰਸਿਟੀ ਵਿੱਚ ਜਾਂਦਾ, ਉੱਥੇ ਉਹਨੂੰ ਪਰਮਾਨੈਂਟ ਅਧਿਆਪਕ ਹੀ ਨਹੀਂ ਮਿਲ ਰਿਹਾ। ਜਿਹੜੇ ਟੈਂਪਰੇਰੀ ਟੀਚਰ ਉਹਨੂੰ ਮਿਲ ਰਹੇ ਆ, ਉਹ ਜਿਹੜਾ 18 ਤੋਂ 25 ਸਾਲ ਦਾ 6-7 ਸਾਲ ਦਾ ਸਮਾਂ ਹੈ ਨਾ, ਉਹ ਕਰੈਕਟਰ ਦੇ ਬਣਨ ਦਾ, ਉਹ ਕਰੈਕਟਰ ਤਾਂ ਮੇਰਾ ਖਿਆਲ ਆ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਟੀਚਰ ਹੀ ਨਹੀਂ ਮਿਲਣਾ ਤੇ ਕਿੱਦਾਂ ਕਰੈਕਟਰ ਸਵਾਰ ਤੇ ਉਹ ਜਿਹੜੀ ਪੀੜ੍ਹੀ ਜਿਹੜੇ ਰਸਤੇ ਤੋਂ ਉਤਰੂਗੀ, ਉਹਨੇ ਸਾਰੇ ਸਮਾਜ ਦਾ ਨੁਕਸਾਨ ਕਰਨਾ, ਉਹਦੇ ਵਿੱਚ ਮੇਰਾ ਵੀ ਨੁਕਸਾਨ ਹੋਣਾ, ਤੁਹਾਡਾ ਵੀ ਤੇ ਬਾਕੀ ਸਮਾਜ ਦਾ ਵੀ ਨੁਕਸਾਨ ਹੋਣਾ। ਮੇਰੇ ਖਿਆਲ ਜਿਹੜੇ ਇਹ ਪੱਖ ਫੜਨ ਦੀ ਜ਼ਰੂਰਤ ਆ, ਹਕੂਮਤਾਂ ਨੂੰ ਐਜੂਕੇਸ਼ਨ ਵੱਲ, ਸਿੱਖਿਆ ਵੱਲ, ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਆ। ਬਿਲਕੁਲ ਡਾਕਟਰ ਰਾਏ ਜੀ, ਆਪਾਂ ਜਾਂਦੇ ਗੱਲ ਕਰਾਂਗੇ ਬੱਚਿਆਂ ਦੀ। ਹਾਂਜੀ, ਜਿਹੜੇ ਸਾਡੇ ਅੱਜ ਕੱਲ੍ਹ ਦੇ ਬੱਚੇ ਆ, ਕਿਤਾਬਾਂ ਨਾਲ ਜੁੜਨ ਲਈ ਤੁਸੀਂ ਉਹਨੂੰ ਕਹਿਤਾ, ਹਾਂਜੀ, ਜਿਹੜੀ ਤੁਹਾਡੀ ਮਿਹਨਤ ਦਾ ਘਰਾਣਾ ਆ, ਇਹਦੇ ਬਾਰੇ ਤੁਸੀਂ ਉਹਨੂੰ ਕੀ ਸੁਨੇਹਾ ਦਿੰਦੇ ਆ? ਕਿਤਾਬਾਂ ਦੀ ਗੱਲ ਮੈਂ ਕਾਲੂ ਸਾਹਿਬ ਕਰ ਰਿਹਾ ਸੀ, ਹਾਂ, ਤੇ ਉਹੀ ਗੱਲ ਇੱਧਰ ਜੁੜਦੀ ਆ। ਫਿਰ ਜੀ, ਬਹੁਤ ਵਾਰ ਸਾਡੇ ਅਧਿਆਪਕ ਵੀ ਇਹ ਪ੍ਰਸ਼ਨ ਕਰਦੇ ਆ, ਆਪਣੇ ਵਿਦਿਆਰਥੀਆਂ ਬਾਰੇ ਤਾਂ ਕਰਨਾ ਹੀ ਹੁੰਦਾ, ਆਪਣੇ ਬੱਚਿਆਂ ਬਾਰੇ ਵੀ ਇਹ ਪ੍ਰਸ਼ਨ ਕਰਦੇ ਆ ਵੀ ਸਾਡੇ ਬੱਚੇ ਪੜ੍ਹਦੇ ਨਹੀਂ। ਮੈਂ ਕਈ ਵਾਰੀ ਉਹਨਾਂ ਨੂੰ ਹੱਸਦਾ ਕਹਿੰਦਾ ਹੁੰਦਾ ਵੀ ਯਾਰ, ਮੈਂ ਤੁਹਾਡੇ ਹੱਥ ਵਿੱਚ ਕਦੀ ਕਿਤਾਬ ਦੇਖੀ ਨਹੀਂ ਤੇ ਬੱਚਿਆਂ ਨੂੰ ਅਸੀਂ ਕਿੱਦਾਂ ਪ੍ਰੇਰਨਾ ਦੇਵਾਂਗੇ? ਮੇਰਾ ਖਿਆਲ ਆ ਪਹਿਲਾਂ ਸਾਨੂੰ ਇਹ ਕੰਮ ਸ਼ੁਰੂ ਕਰਨਾ ਪੈਣਾ। ਪਹਿਲਾਂ ਅਸੀਂ ਆਪ ਕਿਤਾਬਾਂ ਨਾਲ ਜੁੜੀਏ, ਪਹਿਲਾਂ ਆਪ ਸਾਹਿਤਕ ਚੀਜ਼ਾਂ ਦੇ ਨਾਲ ਜੁੜੀਏ, ਫਿਰ ਸਾਡੀ ਦੇਖਾ ਦੇਖੀ ਸਾਡੇ ਬੱਚਿਆਂ ਨੇ ਵੀ ਜੁੜ ਜਾਣਾ। ਤੁਸੀਂ ਦੇਖੋ, ਦੇਸ਼ ਭਰ ਯਾਦਗਾਰ ਹਾਲ ਜਿਹੜਾ ਮੇਲਾ ਲੱਗਦਾ, ਉੱਥੇ ਹਜ਼ਾਰਾਂ ਹੀ ਪਬਲਿਸ਼ਰ ਆਏ ਹੁੰਦੇ ਆ ਤੇ ਲੱਖਾਂ ਦੀਆਂ ਕਿਤਾਬਾਂ ਵਿਕ ਰਹੀਆਂ। ਜੇ ਇਹ ਉੱਥੋਂ ਸਿੱਖਿਆ ਲੈਣਗੇ ਆਪਾਂ, ਵਿਦੇਸ਼ੀ ਕਲਚਰ ਤੋਂ ਅਸੀਂ ਮਾੜੀਆਂ ਚੀਜ਼ਾਂ ਫਟ ਅਡਾਪਟ ਕਰ ਲੈਂਦੇ ਹਾਂ, ਪਰ ਉੱਥੇ ਕਿਤਾਬਾਂ ਕਿੱਦਾਂ ਪੜ੍ਹੀਆਂ ਜਾ ਰਹੀਆਂ, ਲਾਇਬ੍ਰੇਰੀਆਂ ਕਿੱਦਾਂ ਵਿਕਸਤ ਉਹ ਦੇਖੀਆਂ ਨਹੀਂ ਅਸੀਂ। ਇਸੇ ਕਰਕੇ ਉਹ ਬੰਦੇ ਸਾਡੇ ਨਾਲ ਅੱਗੇ ਆ। ਬਿਲਕੁਲ ਸਹੀ। ਮੇਰਾ ਮੇਰਾ ਖਿਆਲ ਆ ਜੇ ਸਾਡਾ ਸਾਹਿਤਕ ਪੱਖ ਅਮੀਰ ਹੋ ਜਾਵੇ, ਅਸੀਂ ਭਾਵੇਂ ਜਿਹੜੇ ਮਰਜ਼ੀ ਫੀਲਡ ਵਿੱਚ ਚਲ ਜਾਈਏ, ਉਹ ਵਧੀਆ ਬਣ ਸਾਡੇ ਵਿੱਚ ਇੱਕ ਸੰਵੇਦਨਾ ਹੋਊਗੀ, ਜਿਹੜੀ ਉਹ ਨਾ ਅੱਜ ਤੋਂ 800 ਸਾਲ ਪਹਿਲਾਂ ਮੈਨੂੰ ਇੱਕ ਸ਼ਾਇਰ ਦੀ ਗੱਲ ਯਾਦ ਆ ਰਹੀ ਹੈ। ਉਹਨੇ ਲਿਖਿਆ ਵੀ ਸੰਵੇਦਨਾ ਦੀ ਮੈਂ ਗੱਲ ਕਰਨ ਲੱਗਾ, ਉਹ ਲਿਖਦੇ ਵੀ ਕਾਂਟਾ ਚੁਭੇ ਕਿसी के तड़पते हैं हम मीर, कांटा चुभे किसी के तड़पते हैं हम मीर, सारे जहां का दर्द हमारे जिगर में है। ਉਹ ਸੰਵੇਦਨਾ ਜਿਹੜੀ ਪੈਦਾ ਕਰਨੀ ਆ, ਉਹ ਸਭ ਤੋਂ ਵਧੀਆ ਸਾਧਨ ਸਾਡੇ ਕੋਲ ਸਾਹਿਤ ਆ, ਕਿਤਾਬਾਂ ਆ। ਅਸੀਂ ਕਿਤਾਬਾਂ ਨਾਲ ਜੁੜੀਏ, ਮੈਂ ਤਾਂ ਇਹ ਸੁਨੇਹਾ ਦੇਣਾ ਚਾਹੁੰਦਾ। ਬਹੁਤ ਵਧੀਆ ਡਾਕਟਰ ਜਸਵੰਤ ਰਾਏ ਜੀ, ਤੁਸੀਂ ਸਾਡੇ ਚੈਨਲ ਤੇ ਗੱਲਾਂ ਕੀਤੀਆਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਮੈਨੂੰ ਵੀ ਮਾਨ ਸਾਹਿਬ ਬਹੁਤ ਅੱਛਾ ਲੱਗਾ ਤੁਹਾਡੇ ਨਾਲ, ਤੁਹਾਡੇ ਦਰਸ਼ਕਾਂ ਨਾਲ ਇਹ ਮਨ ਫਰੋਲ ਕੇ ਮਨ ਦੀਆਂ ਗੱਲਾਂ ਕਰਕੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ।